ਚਾਹਿਓ ਆਪਨੇ ਕਸਨ ਤਬੈ, ਗੁਰ ਕੋ ਸੁਤ ਬਲਵੰਤਾ। ਸ੍ਰੀ ਅਜੀਤ ਸਿੰਘ ਵੀਰ ਬਾਰੈ, ਸਿੱਖ ਸੰਗਰਾਮ ਬਿਰਤੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਅੱਜ 3 ਪੋਹ ਦਾ ਦਿਨ ਹੈ। ਇਹ ਪੋਹ ਦੇ ਮਹੀਨੇ ਦੇ ਨਾਲ ਸਾਡੀ ਬਹੁਤ ਡੂੰਘੀ ਸਾਂਝ ਹੈ। ਇਸ ਪੋਹ ਦੇ ਮਹੀਨੇ ਦੇ ਵਿੱਚ ਹੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਤਿਹਾਸ ਵਿੱਚ ਐਸਾ ਬਚਨ ਲਿਖਿਆ ਹੈ, ਜਿਸ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ 23 ਪੋਹ ਦਾ ਦਿਨ ਸੀ। 3 ਤਰੀਕਾਂ ਸੀ ਇਕੱਠੀਆਂ ਸਾਧ ਸੰਗਤ ਜੀ। 22 ਦਸੰਬਰ ਦਾ ਦਿਨ, 23 ਪੋਹ ਤੇ ਪੋਹ ਸੁਦੀ 7ਵੀਂ। ਈਸਵੀ ਸਨ 1666, 22 ਦਸੰਬਰ, ਬਿਕਰਮੀ ਸੰਮਤ 1723, 23 ਪੋਹ ਅਤੇ ਪੋਹ ਸੁਦੀ 7ਵੀਂ ਦਾ ਦਿਨ। ਔਰ ਇਹ ਵੀ ਅਚਰਜੀ ਮਹਾਰਾਜ ਸਾਹਿਬ ਜੀ ਦਾ ਕੌਤਕ ਹੈ, ਦਸਾਂ ਪਾਤਸ਼ਾਹੀਆਂ ਦੇ ਵਿੱਚੋਂ 9 ਪਾਤਸ਼ਾਹੀਆਂ ਨੇ ਪੰਜਾਬ ਦੀ ਧਰਤੀ ਤੇ ਪ੍ਰਕਾਸ਼ ਧਾਰਿਆ। ਆਪਾਂ ਸਾਰੇ ਜਾਣਦੇ ਹਾਂ, ਉਦੋਂ ਪੰਜਾਬ ਹੀ ਐਡਾ ਵੱਡਾ ਸੀ, ਬਾਅਦ ਵਿੱਚ ਇਹਦੇ ਟੋਟੇ ਕੀਤੇ ਗਏ। ਜਿਸ ਨੂੰ ਅੱਜ ਕੱਲ੍ਹ ਆਪਾਂ ਪਾਕਿਸਤਾਨ ਕਹਿੰਦੇ ਹਾਂ, ਉਦੋਂ ਤੇ ਪੰਜਾਬ ਵਿੱਚ ਹੀ ਆਉਂਦਾ ਸੀ। ਪੰਜਾਬ 5 ਦਰਿਆਵਾਂ ਦੀ ਧਰਤੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਪੰਜਾਬ ਦੀ ਧਰਤੀ ਤੇ ਹੀ ਹੋਇਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਪੰਜਾਬ ਦੀ ਧਰਤੀ ਤੇ ਹੋਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਬਾਸਰ ਕੇ ਨਗਰ ਵਿੱਚ ਪ੍ਰਗਟ ਹੋਏ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਮੱਤੇ ਦੀ ਸਰਾਂ, ਮਾਲਵੇ ਦੇ ਇਲਾਕੇ 'ਚ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੂਨਾ ਮੰਡੀ ਲਾਹੌਰ ਵਿੱਚ। 5ਵੇਂ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਹੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਪ੍ਰਗਟ ਹੋਏ। 6ਵੇਂ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਹੀ ਪ੍ਰਗਟ ਹੁੰਦੇ ਆ, ਗੁਰੂ ਕੀ ਵਡਾਲੀ। 7ਵੇਂ ਤੇ 8ਵੇਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਗਟ ਹੁੰਦੇ ਆ, ਪੰਜਾਬ ਦੀ ਧਰਤੀ ਤੇ। 9ਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਗਟ ਹੁੰਦੇ ਆ। ਇੱਕੋ ਇੱਕ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਪੰਜਾਬ ਦੀ ਧਰਤੀ ਤੋਂ ਬਾਹਰ ਬਿਹਾਰ ਦੇ ਵਿੱਚ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਿਆ। ਉਹਦਾ ਕਾਰਨ ਇਤਿਹਾਸ ਵਿੱਚ ਇਹ ਲਿਖਿਆ ਹੈ, ਜਦੋਂ ਜਗਤ ਗੁਰੂ ਜੀ ਨੇ ਉਦਾਸੀਆਂ ਕੀਤੀਆਂ ਨਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ
ਗੁਰੂ ਘਰ ਦੇ ਸਭ ਤੋਂ ਪਹਿਲੇ ਰਬਾਬੀ ਕੀਰਤਨੀ ਭਾਈ ਮਰਦਾਨਾ ਜੀ ਤੇ ਗੁਰੂ ਘਰ ਦੇ ਸਭ ਤੋਂ ਪਹਿਲੇ ਚੌਰ ਬਰਦਾਰ ਭਾਈ ਬਾਲਾ ਜੀ ਜਦੋਂ ਉਦਾਸੀਆਂ ਕਰਦੇ ਕਰਦੇ ਮਹਾਰਾਜ ਬਿਹਾਰ ਵਿੱਚ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਜਾਂਦੇ ਹਨ ਤੇ ਉੱਥੇ ਸਾਲਸਰਾਏ ਜੌਹਰੀ ਦੇ ਨਾਲ ਮਿਲਾਪ ਹੁੰਦਾ ਹੈ। ਜਿਹੜਾ ਅੱਜ ਤਖਤ ਸਾਹਿਬ ਵਾਲਾ ਸਥਾਨ ਹੈ ਨਾ, ਇਹ ਸਾਲਸਰਾਏ ਜੌਹਰੀ ਦੀ ਹਵੇਲੀ ਸੀ, ਸਾਲਸਰਾਏ ਜੌਹਰੀ ਦਾ ਘਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉੱਥੇ ਚਰਨ ਪਾਏ ਤੇ ਕਈ ਦਿਨ ਕੀਰਤਨ ਕੀਤਾ। ਲੰਮਾ ਇਤਿਹਾਸ ਹੈ। ਜਿਸ ਵੇਲੇ ਮਹਾਰਾਜ ਸਾਹਿਬ ਜੀ ਉੱਥੋਂ ਫਿਰ ਜਾਣ ਲੱਗਦੇ, ਸਾਰੇ ਪਟਨੇ ਸ਼ਹਿਰ ਦੇ ਵਿੱਚੋਂ ਸਭ ਤੋਂ ਧਨਾੜ ਆਦਮੀ ਸੀਗਾ ਸਾਲਸਰਾਏ ਜੌਹਰੀ। ਜੌਹਰੀ ਪੁਣਾ ਕਰਦਾ ਸੀ ਜਿਹੜਾ। ਜਦੋਂ ਮਹਾਰਾਜ ਸਾਹਿਬ ਜੀ ਚੱਲਣ ਲੱਗਦੇ ਆ ਤੇ ਕਹਿੰਦਾ, ਮਹਾਰਾਜ ਫੇਰ ਕਦੋਂ ਆਓਗੇ? ਸਤਿਗੁਰੂ ਕਹਿੰਦੇ, ਨਹੀਂ ਹੁਣ ਇੱਥੇ ਫੇਰ ਤੇ ਨਹੀਂ ਆਉਣਾ। ਕਹਿੰਦਾ, ਜੇ ਫੇਰ ਨਹੀਂ ਆਉਣਾ ਤੇ ਮਹਾਰਾਜ ਜਾਣਾ ਹੀ ਕਿਉਂ, ਫਿਰ ਇੱਥੇ ਹੀ ਰਹੋ। ਬੜੀ ਕਿਰਪਾ ਹੋਈ ਆ, ਜਿੱਦਣ ਦੇ ਆਪ ਆਏ ਹੋ ਮਹਾਰਾਜ ਆਪ ਜੀ ਦੀ ਰਸਨਾ ਤੋਂ ਬਾਣੀ ਸੁਣ ਰਹੇ ਆ, ਤੁਸੀਂ ਕੀਰਤਨ ਸੁਣਾ ਰਹੇ ਹੋ, ਨਾਲੇ ਸੰਗਤਾਂ ਆਉਣ ਲੱਗ ਪਈਆਂ। ਮਹਾਰਾਜ ਮੇਰੀ ਹਵੇਲੀ ਦੇ ਵਿੱਚ ਤੇ ਰੰਗ ਵੱਜ ਗਿਆ, ਨਾਲੇ ਮਹਾਰਾਜ ਸ਼ਬਦ ਦਾ ਪ੍ਰਵਾਹ ਚੱਲ ਗਿਆ, ਨਾਲੇ ਉਸ ਦਿਨ ਦਾ ਹੀ ਲੰਗਰ ਚੱਲਿਆ ਪਿਆ ਹੈ। ਮੇਰੀ ਇੱਛਾ ਇਸੇ ਤਰ੍ਹਾਂ ਕੀਰਤਨ ਵੀ ਹੁੰਦਾ ਰਵੇ ਤੇ ਇਸੇ ਤਰ੍ਹਾਂ ਲੰਗਰ ਵੀ ਚੱਲਦਾ ਰਵੇ। ਤੁਸੀਂ ਹੁਣ ਜਾਓ ਹੀ ਨਾ ਜੇ ਫੇਰ ਨਹੀਂ ਆਉਣਾ। ਤੇ ਫਿਰ ਉਹਦਾ ਪ੍ਰੇਮ ਵੇਖ ਕੇ ਮਹਾਰਾਜ ਨੇ ਬਚਨ ਕੀਤਾ ਸੀ ਵੀ ਤੇਰੀ ਭਾਵਨਾ ਪੂਰੀ ਹੋਵੇਗੀ, ਇੱਥੇ ਕੀਰਤਨ ਵੀ ਹੁੰਦਾ ਰਹੇਗਾ, ਇੱਥੇ ਲੰਗਰ ਵੀ ਚੱਲਦੇ ਰਹਿਣਗੇ। 10ਵਾਂ ਜਾਮਾ ਇੱਥੇ ਆ ਕੇ ਹੀ ਧਾਰਨ ਕਰਾਂਗੇ, 10ਵੇਂ ਜਾਮੇ ਵਿੱਚ ਇੱਥੇ ਆ ਕਰਕੇ ਹੀ ਅਵਤਾਰ ਲਵਾਂਗੇ। ਇਹ ਕਾਰਨ ਸੀ। ਫਿਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਬਾਅਦ ਸਮੇਂ ਦੇ ਨਾਲ ਜੇ ਪਰਿਵਾਰ ਦੇ ਸਮੇਤ ਵਿਚਰੇ ਆ ਤੇ ਨਾਵੇਂ ਪਾਤਸ਼ਾਹ ਵਿਚਰੇ ਆ। ਆਨੰਦਪੁਰ ਸਾਹਿਬ ਤੋਂ ਲੈ ਕੇ ਪਟਨਾ ਸਾਹਿਬ ਤੀਕ ਸਮੁੱਚੇ ਪਰਿਵਾਰ ਨੂੰ ਨਾਲ ਲੈ ਕੇ, ਮਾਤਾ ਨਾਨਕੀ ਜੀ ਨਾਲ, ਮਾਤਾ ਗੁਜਰ ਕੌਰ ਜੀ ਨਾਲ, ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਉਹ ਨਾਲ, ਹੋਰ ਸਿੱਖਾਂ ਸੇਵਕਾਂ ਨੂੰ ਨਾਲ ਲੈ ਕੇ ਵਿਚਰੇ। ਤੇ ਉਸੇ ਹਵੇਲੀ ਵਿੱਚ ਜਾ ਕੇ ਪਰਿਵਾਰ ਨੂੰ ਛੱਡ ਕੇ ਤੇ ਆਪ ਮਹਾਰਾਜ ਸਾਹਿਬ ਜੀ ਅਸਾਮ ਨੂੰ ਗਏ ਸਨ, ਬੰਗਾਲ ਵੱਲ ਨੂੰ ਗਏ ਸਨ। ਫਿਰ ਉੱਥੇ 23 ਪੋਹ ਵਾਲੇ ਦਿਨ, ਪੋਹ ਸੁਦੀ 7ਵੀਂ 22 ਦਸੰਬਰ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪ੍ਰਕਾਸ਼ ਧਾਰਿਆ। ਇਹ ਪੋਹ ਮਹੀਨੇ ਦੇ ਨਾਲ ਇਹ ਵੀ ਸਾਡਾ ਸੰਬੰਧ ਹੈ। ਤੇ ਫਿਰ ਜਿਹੜਾ ਹੁਣ ਇਤਿਹਾਸ ਚੱਲ ਰਿਹਾ ਹੈ, ਇਹ 8 ਪੋਹ ਦੇ ਦਿਨ ਦਾ ਚੱਲ ਰਿਹਾ ਇਤਿਹਾਸ ਲੜੀਵਾਰ। ਅੱਜ 3 ਪੋਹ ਹੈ। ਇਹਨਾਂ ਦਿਨਾਂ ਦੇ ਵਿੱਚ ਤੇ ਵਾਰ-ਵਾਰ ਪਹਾੜੀਆਂ ਵੱਲੋਂ ਤੇ ਔਰੰਗਜ਼ੇਬ ਵੱਲੋਂ, ਉਹ ਫੌਜਾਂ ਵੱਲੋਂ ਦੂਤ ਆ ਰਹੇ ਸੀ ਤੇ ਕਸਮਾਂ ਖਾ ਰਹੇ ਸੀ, ਜਿਹੜਾ ਇਤਿਹਾਸ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕੁਝ ਦਿਨ ਪਹਿਲਾਂ। ਤਾਂ ਅੱਜ ਦਾ ਜੋ ਪ੍ਰਸੰਗ ਹੈ ਸਾਧ ਸੰਗਤ ਜੀ, ਇਹ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਦਾ ਆਵੇਗਾ। ਜਿਵੇਂ ਗੜੀ ਦੇ ਵਿੱਚ ਜਿੰਨੇ ਸਿੰਘ ਸੀ 40 ਸਿੰਘ, ਉਹਨਾਂ ਵਿੱਚੋਂ ਅੱਧੇ ਤਾਂ ਸ਼ਹੀਦੀਆਂ ਪਾ ਚੁੱਕੇ ਆ, ਜਿਨ੍ਹਾਂ ਦਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਇਤਿਹਾਸ ਸਰਵਣ ਕੀਤਾ ਹੈ। ਬਾਕੀ ਅੱਧੇ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਆ ਗੜੀ ਦੇ ਵਿੱਚ। 1761 ਵਿਕਰਮੀ ਸੰਮਤ ਹੈ, 8 ਪੋਹ ਦਾ ਦਿਨ ਹੈ ਔਰ 1704 ਈਸਵੀ ਸੰਨ ਹੈ। ਕਦੇ ਵੀ ਸਿੱਖ ਕੌਮ ਨੂੰ ਇਹ ਦਿਨ ਭੁੱਲ ਨਹੀਂ ਸਕਦੇ, ਕਦੀ ਵੀ। 8 ਪੋਹ ਦਾ ਦਿਨ ਤੇ 13 ਪੋਹ ਦਾ ਦਿਨ। 8 ਪੋਹ ਦਾ ਦਿਨ ਚਮਕੌਰ ਦੀ ਜੰਗ ਤੇ 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਤੇ ਮਾਂ ਗੁਜਰ ਕੌਰ ਜੀ ਦੀ ਸ਼ਹਾਦਤ। ਤਾਂ ਜਿਵੇਂ ਗੜੀ ਦੇ ਵਿੱਚ ਰਹਿੰਦੇ ਸਿੰਘ ਉਹ ਕਲਗੀਧਰ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਕਿਵੇਂ ਜੰਗ ਦੇ ਵਿੱਚ ਜਾਂਦੇ, ਅੱਜ ਦੇ ਪ੍ਰਸੰਗ ਵਿੱਚ ਆਵੇਗਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਜੀਤ ਸਿੰਘ ਵੀਰ ਬਾਰ। ਬਾਬਾ ਅਜੀਤ ਸਿੰਘ ਸਾਹਿਬ ਜੀ, ਸੋਭਾ ਵਾਲੇ ਬਾਬਾ ਅਜੀਤ ਸਿੰਘ ਜੀ, ਜਿਹੜੇ ਵੀਰ ਸੂਰਬੀਰ ਹਨ ਤੇ ਬਰ ਕਹੀਏ ਸ੍ਰੇਸ਼ਟ ਹਨ।
ਸ੍ਰੇਸ਼ਟ ਬਹਾਦਰ ਸੂਰਮੇ ਹਨ ਸਾਹਿਬਜ਼ਾਦਾ ਅਜੀਤ ਸਿੰਘ ਜੀ। ਇਕ ਸੰਗ ਰਾਮ ਬਿਰਤੰਤ। ਉਹ ਗੜੀ ਦੇ ਵਿੱਚ ਲੜ ਵੀ ਰਹੇ ਹਨ ਬਾਕੀ ਸਿੰਘਾਂ ਵਾਂਗੂ, ਤੇ ਗੜੀ ਦੇ ਵਿੱਚੋਂ ਬਾਹਰ ਜਿਹੜੇ ਸਿੰਘ ਗਏ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ, ਉਹਨਾਂ ਦਾ ਜੰਗ ਹੁੰਦਾ ਵੀ ਵੇਖ ਰਹੇ ਹਨ। ਚਾਹੇ ਉਹ ਆਪ ਨੇ ਪਸੰਦ ਖਬਰ। ਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪ ਗੜੀ ਚੋਂ ਬਾਹਰ ਜਾਣਾ ਚਾਹਿਆ ਹੈ, ਸੋਚਿਆ ਹੈ ਕਿ ਹੁਣ ਮੈਂ ਆਪ ਬਾਹਰ ਜਾਵਾਂ ਜੰਗ ਦੇ ਮੈਦਾਨ ਦੇ ਵਿੱਚ। ਗੁਰ ਕੋ ਸੁਤ ਬਲਵੰਤ। ਬਾਬਾ ਅਜੀਤ ਸਿੰਘ ਜੀ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਆ, ਗੁਰੂ ਕੇ ਪੁੱਤਰ ਵਾ ਬਲਵੰਤ, ਬਲ ਵਾਲੇ, ਬਲਵੰਤ ਬਲ ਵਾਲੇ ਆ ਗੁਰੂ ਕੇ ਪੁੱਤਰ, ਬਲੀ ਬਹਾਦਰ ਵਾ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕੋਈ ਫਰਕ ਰੱਖਿਆ ਹੀ ਨਹੀਂ। ਸਾਧ ਸੰਗਤ, ਜਿੰਨਾ ਪਿਆਰ ਮਹਾਰਾਜ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਦਿੱਤਾ ਹੈ ਨਾ, ਉਹਦੇ ਤੋਂ ਕਿਤੇ ਵੱਧ ਕੇ ਆਪਣੇ ਸਿੱਖਾਂ ਨੂੰ ਦਿੱਤਾ ਮਹਾਰਾਜ। ਇੱਕੋ ਜਿਹਾ ਹੀ ਪਿਆਰ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਵੀ ਆਪਣੇ ਪੁੱਤਰ ਆਖਿਆ। ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੀ ਬਿੰਦੀ ਸੰਤਾਨ ਹੈ, ਤੇ ਸਿੱਖ ਮਹਾਰਾਜ ਸਾਹਿਬ ਜੀ ਦੀ ਨਾਦੀ ਸੰਤਾਨ ਹੈ, ਜਿਨ੍ਹਾਂ ਨੂੰ ਉਪਦੇਸ਼ ਦਿੱਤਾ ਹੈ, ਸ਼ਬਦ ਦਿੱਤਾ ਹੈ। ਤਾਂ ਗੁਰੂ ਕੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੋ ਬਲ ਵਾਲੇ ਆ, ਉਹ ਚਾਹੁੰਦੇ ਆ ਵੀ ਮੈਂ ਵੀ ਹੁਣ ਜਿਵੇਂ ਬਾਕੀ ਨਾਲ ਦੇ ਸਿੰਘ ਨਾਲ ਦੇ ਸਾਥੀ ਸ਼ਹੀਦੀਆਂ ਪਾ ਰਹੇ ਆ, ਮੈਂ ਵੀ ਜਾ ਕੇ ਜੰਗ ਕਰਾਂ। ਸਾਬਾਸ ਛੰਦ ਮਨੇ ਵਿਚਾਰੇ। ਆਪਣੇ ਮਨ ਦੇ ਵਿੱਚ ਸਾਹਿਬਜ਼ਾਦਾ ਜੀ ਵਿਚਾਰ ਕਰਦੇ ਆ, ਤੁਰਕ ਬਿਦਾਰ ਰਹੇ। ਕਿ ਮੈਂ ਤੁਰਕਾਂ ਨੂੰ ਹੁਣ ਖਤਮ ਕਰਾਂ ਜਾ ਕੇ ਬਾਹਰ ਜੰਗ ਦੇ ਮੈਦਾਨ ਵਿੱਚ। ਫਿਰੇ ਨਾ ਅੰਤਰ। ਕਿ ਹੁਣ ਅੰਦਰ ਨਹੀਂ ਟਿਕ ਕੇ ਬਹਿਣਾ ਚਾਹੀਦਾ, ਅੰਦਰ ਨਹੀਂ ਰਹਿਣਾ ਚਾਹੀਦਾ। ਅੱਧੇ ਸਿੰਘ ਸ਼ਹੀਦ ਹੋ ਗਏ ਆ, ਹੁਣ ਮੈਨੂੰ ਵੀ ਬਾਹਰ ਜਾਣਾ ਹੀ ਚਾਹੀਦਾ ਹੈ। ਲੜੇ ਨਿਰੰਤਰ। ਤੇ ਇੱਕ ਰਸ ਹੁਣ ਮੈਂ ਵੀ ਲੜਾਂ ਜਾ ਕਰਕੇ ਇਹਨਾਂ ਤੁਰਕਾਂ ਦੇ ਨਾਲ, ਇਹਨਾਂ ਜ਼ਾਲਮਾਂ ਦੇ ਨਾਲ। ਤਬ ਪ੍ਰਭ ਕੀ ਰਹੇ। ਤਾਂ ਉਸ ਵੇਲੇ ਪਰਮੇਸ਼ਰ ਸਰੂਪ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਆਏ ਆ ਸਾਹਿਬਜ਼ਾਦਾ ਜੀ। ਪਹੁੰਚ ਸਦੀ ਰਹੇ। ਸਹਿਤ ਧੀਰਜ ਦੇ ਪਹੁੰਚੇ ਆ। ਮਨ ਕਾਲਾ ਨਹੀਂ ਪਿਆ, ਮਨ ਘਬਰਾਇਆ ਨਹੀਂ, ਡੋਲਿਆ ਨਹੀਂ। ਧੀਰਜ ਦੇ ਸਹਿਤ ਆਪਣੇ ਪਿਤਾ ਜੀ ਦੇ ਪਾਸ ਆਏ ਆਗਿਆ ਲੈਣ ਵਾਸਤੇ। ਸਤਿਗੁਰ ਨੰਦਨ। ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੰਦਨ ਕਹੀਏ ਪੁੱਤਰ ਹਨ। ਕਾਰਿਆ ਬਿਬੰਦਨ। ਪਿਤਾ ਜੀ ਨੂੰ ਬੜੀ ਭਾਵਨਾ ਦੇ ਨਾਲ ਨਮਸਕਾਰ ਕੀਤੀ ਹੈ, ਰਹਿ ਕਰ ਜੋ ਰਹੇ। ਤੇ ਨਮਸਕਾਰ ਕਰਕੇ ਹੱਥ ਜੋੜ ਕੇ ਸਾਹਮਣੇ ਖਲੋ ਗਏ। ਪਿਤੇ ਨੇ ਹੋ ਰਹੇ। ਪਿਤਾ ਜੀ ਦੇ ਚਿਹਰੇ ਵੱਲ ਵੇਖ ਰਹੇ ਆ। ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਹਰੇ ਵੱਲ ਤੱਕ ਰਹੇ ਹਨ ਆਗਿਆ ਲੈਣ ਵਾਸਤੇ। ਸੋਤ ਦਿਸ਼ ਨਹਿ। ਤੇ ਪਿਤਾ ਮਰਦੇ ਗੰਮੜੇ ਨੇ ਆਪਣੇ ਪੁੱਤਰ ਦੇ ਚਿਹਰੇ ਵੱਲੇ ਤੱਕਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚਿਹਰੇ ਵੱਲ ਤੱਕ ਰਹੇ, ਉਧਰ ਨੂੰ ਨੇਤਰ ਕੀਤੇ ਆ, ਤੇ ਸਾਹਿਬਜ਼ਾਦਾ ਜੀ ਪਿਤਾ ਜੀ ਦੇ ਦਰਸ਼ਨ ਕਰ ਰਹੇ ਹਨ। ਕਰ ਕਹਿ ਬਹਿ। ਆਪਣੇ ਪੁੱਤਰ ਵੱਲ ਨੇਤਰ ਕਰਕੇ ਤੇ ਬਚਨ ਕੀਤਾ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਕਿ ਮੈਂ ਅਭਿਲਾਖ ਹੋ। ਮਹਾਰਾਜ ਕਹਿਣ ਲੱਗੇ, ਅਜੀਤ ਸਿੰਘ ਕੀ ਇੱਛਾ ਪੁੱਤਰ ਤੇਰੇ ਹਿਰਦੇ ਵਿੱਚ? ਕੀ ਇੱਛਾ ਹੈ, ਕੀ ਤੇਰੀ ਭਾਵਨਾ ਹੈ? ਸੱਚ ਬਚ ਭਖ ਹੋ। ਜਿਹੜੇ ਹਿਰਦੇ ਵਿੱਚ ਅਭਿਲਾਖਾ ਹੈ ਉਹ ਸੱਚਾ ਬਚਨ ਕਹੋ ਪੁੱਤਰ। ਸੋਨ ਕਰ ਕੀ ਰਹੇ। ਸੂਰਬੀਰ ਬਾਬਾ ਅਜੀਤ ਸਿੰਘ ਜੀ ਨੇ ਪਿਤਾ ਜੀ ਦਾ ਬਚਨ ਸੁਣ ਕੇ ਕਹਿ ਕਰ ਧੀ ਰਹੇ। ਕਹਿੰਦੇ ਆ ਧੀਰਜ ਧਰਿਆ ਹੋਇਆ ਤੇ ਬੇਨਤੀ ਕੀਤੀ, ਪਿਤਾ ਜੀ ਨਿਜ ਕੋਲ ਰੀਤ ਹੈ। ਪਿਤਾ ਜੀ ਆਪਣੇ ਖਾਨਦਾਨ ਦੀ ਜੋ ਰੀਤ ਹੈ, ਚਿਤ ਮੈਂ ਪ੍ਰੀਤ ਹੈ। ਤੇ ਆਪਣੇ ਕੁਲ ਦੀ ਰੀਤ ਜਿਹੜੀ ਹੈ ਉਸ ਦੀ ਮੇਰੇ ਚਿੱਤ ਵਿੱਚ ਪ੍ਰੀਤ ਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ। ਉਹ ਕਹਿੰਦੇ ਵੀ ਵਿਰਲੇ ਵਿਰਲੇ ਪੁੱਤਰ ਹੁੰਦੇ ਆ ਜਿਹੜੇ ਆਪਣੀ ਕੁਲ ਦੀ ਰੀਤ ਉਹਦੇ ਤੇ ਪਹਿਰਾ ਦਿੰਦੇ, ਉਹਦੇ ਤੇ ਚੱਲਦੇ ਆ ਤੇ ਆਪਣੇ ਕੁਲ ਦਾ ਨਾਂ ਰੋਸ਼ਨ ਕਰਦੇ ਆ। ਫਿਰ ਸੰਸਾਰ ਕਹਿੰਦਾ ਵੀ
ਇਸ ਪੁੱਤਰ ਨੇ ਆਪਣੇ ਖਾਨਦਾਨ ਦਾ ਨਾਂ ਰੋਸ਼ਨ ਕਰ ਦਿੱਤਾ। ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ, ਪਿਤਾ ਜੀ ਜੋ ਆਪਣੇ ਕੁਲ ਦੀ ਰੀਤ ਹੈ, ਕੁਲ ਦੀ ਰੀਤ ਕੀ ਹੈ ਵੀ ਕਿਸੇ ਨੂੰ ਭੈ ਦੇਣਾ ਨਹੀਂ ਤੇ ਕਿਸੇ ਦਾ ਭੈ ਮੰਨਣਾ ਨਹੀਂ। ਇਹ ਕੁਲ ਦੀ ਰੀਤ, ਕੁਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਕੁਲ ਹੈ। ਭੈ ਕਾਹੂ ਕੋ ਦੇਤ ਨ ਹੈ, ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਆਪ ਨਾ ਡਰੋ ਨਾ ਅਵਰ ਡਰਾਵੋ, ਨਾ ਡਰਾਉਣਾ ਕਿਸੇ ਨੂੰ ਤੇ ਨਾ ਕਿਸੇ ਤੋਂ ਡਰਨਾ ਹੈ। ਇਹ ਕੁਲ ਦੀ ਰੀਤ ਹੈ, ਜੋ ਛਤਰਧਾਰੀ ਸ਼ਸਤਰਧਾਰੀਆਂ ਦੀ ਰੀਤ ਹੈ, ਛਤਰੀਆਂ ਦੀ ਰੀਤ ਹੈ। ਜੋ ਦਾਦਾ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਨਾ ਭੈ ਮੰਨਿਆ ਤੇ ਨਾ ਭੈ ਦਿੱਤਾ। ਜ਼ਬਰ ਦਾ, ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕੀਤਾ। ਤੇ ਪੜਦਾਦਾ ਸਤਿਗੁਰੂ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪੜਦਾਦਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਾਰੇ ਉਪਕਾਰੀ। ਦਲਾਂ ਨੂੰ ਭੰਨ ਦੇਣ ਵਾਲੇ ਵੱਡੇ ਯੋਧੇ, ਪਾਰੇ ਉਪਕਾਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ। ਵੀ ਪਿਤਾ ਜੀ ਜਿਹੜੀ ਆਪਣੀ ਕੁਲ ਦੀ ਰੀਤ ਚੱਲੀ ਆਉਂਦੀ ਹੈ, ਉਸ ਰੀਤ ਦਾ ਮੇਰੇ ਚਿੱਤ ਵਿੱਚ ਪ੍ਰੀਤ ਹੈ, ਉਸ ਰੀਤ ਦੇ ਨਾਲ। ਅਬ ਇਹ ਸਮੇਂ ਸ਼ੁਭ, ਤੇ ਹੁਣ ਇਹ ਸਮਾਂ ਜੋ ਹੈ ਬਹੁਤ ਸ਼ੁਭ ਹੈ, ਪਵਿੱਤਰ ਹੈ। ਰਾਖ ਮਨ ਮੈਂ ਪ੍ਰਭ, हे ਪ੍ਰਭੂ ਜੀ, ਪਰਮੇਸ਼ਰ ਸਤਿਗੁਰੂ ਜੀ, ਪਿਤਾ ਜੀ, ਮੈਂ ਆਪਣੇ ਮਨ ਵਿੱਚ ਜਾਣਿਆ ਵੀ ਹੁਣ ਇਹ ਸ਼ੁਭ ਸਮਾਂ ਹੈ ਧਰਮ ਨਿਭਾਏ। ਤੇ ਆਪਣੀ ਕੁਲ ਦਾ ਮੈਂ ਧਰਮ ਨਿਭਾਉਣਾ ਚਾਹੁੰਦਾ ਹਾਂ। ਆਪਣੀ ਕੁਲ ਦੀ ਜਿਹੜੀ ਰੀਤ ਚੱਲੀ ਆਉਂਦੀ ਹੈ ਨਾ, ਵੀ ਇਹ ਰੀਤ ਚੱਲੀ ਆਉਂਦੀ ਹੈ ਵੀ ਪਿੱਛੇ ਨਹੀਂ ਹਟਣਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜਿਸ ਵੇਲੇ ਮੌਕਾ ਬਣ ਜਾਵੇ ਤੇ ਫਿਰ ਪਿਛਾਂਹ ਪੈਰ ਨਹੀਂ ਪੁੱਟਣਾ, ਫਿਰ ਅੱਗੇ ਹੀ ਵਧਣਾ ਹੈ। ਜਿਹੜੀ ਰੀਤ ਚੱਲੀ ਆਉਂਦੀ ਹੈ ਵੀ ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਉਹ ਮੈਂ ਆਪਣਾ ਧਰਮ ਨਿਭਾਉਣਾ ਚਾਹੁੰਦਾ ਹਾਂ। ਮੁਖ ਫੁਰਮਾਇਓ, ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਫਿਰ ਫਰਮਾਇਆ ਹੈ, ਤੁਰਕ ਸਮੂਹਨ, ਆਖਿਆ ਪੁੱਤਰ, ਜੋ ਇਹ ਤੁਰਕਾਂ ਦਾ ਸਮੂਹ ਹੈ ਬਹੁਤੀ ਗਿਣਤੀ ਵਿੱਚ, ਕਰ ਕਰ ਹੂਹਨ, ਪੁੱਤਰ ਇਹਨਾਂ ਦੇ ਉੱਤੇ ਹੱਲਾ ਕਰ ਕਰਕੇ ਪਾਓ, ਕਰਹੁ ਹਟਾਵਨ, ਇਹਨਾਂ ਨੂੰ ਹਟਾ ਦਿਓ, ਇਹਨਾਂ ਦੇ ਮੂੰਹ ਮੋੜ ਦਿਓ ਪਿਛਾਂਹ ਨੂੰ। ਗਤ ਰਣ ਥਾਵਨ, ਗਤ ਨਾਮ ਹੈ ਜਾ ਕੇ, ਰਣ ਨਾਮ ਹੈ ਜੰਗ ਮੈਦਾਨ ਦਾ, ਥਾਵਣ ਥਾਂ ਦਾ। ਜੰਗ ਦੇ ਮੈਦਾਨ ਥਾਂ ਤੇ ਜਾ ਕਰਕੇ, ਉੱਥੇ ਪਹੁੰਚ ਕਰਕੇ ਇਹਨਾਂ ਤੁਰਕਾਂ ਦੇ ਮੂੰਹ ਪਵਾ ਦਿਓ, ਪਿੱਛੇ ਹਟਾ ਦਿਓ। ਸੋਨ ਬਿਕਸੇ ਗੁਰ, ਇਹ ਬੇਨਤੀ ਸੁਣ ਕਰਕੇ ਤੇ ਸਤਿਗੁਰੂ ਜੀ ਇਹ ਬਚਨ ਕਰਕੇ ਨਾਲੇ ਪ੍ਰਸੰਨ ਹੋਏ। ਕਹੇ ਭਲੇ ਔਰ, ਮਹਾਰਾਜ ਸਾਹਿਬ ਜੀ ਨੇ ਆਖਿਆ ਹੈ ਵੀ ਪੁੱਤਰ ਤੇਰੇ ਹਿਰਦੇ ਦੀ ਭਾਵਨਾ ਬੜੀ ਚੰਗੀ ਹੈ, ਬਹੁਤ ਸ੍ਰੇਸ਼ਟ ਹੈ। ਵੇਖੋ ਕਲਗੀਧਰ ਪਾਤਸ਼ਾਹ ਜੀ ਦਾ ਵੀ ਜਿਗਰਾ, ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਰਸਾ ਦੇ ਘਾਟ ਤੇ ਛੋਟੇ ਪੁੱਤਰ ਵਿਛੜ ਚੁੱਕੇ ਆ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਮਹਾਰਾਜ ਅੰਤਰਜਾਮੀ ਸਤਿਗੁਰੂ ਤਾਂ ਜਾਣਦੇ ਹੀ ਆ, ਪਰ ਜੇ ਸੰਸਾਰੀ ਵਿਚਾਰ ਨਾਲ ਵੇਖੀਏ ਤੇ ਪਤਾ ਨਹੀਂ ਕਿੱਧਰ ਗਏ ਹਨ। ਜੇ ਸੰਸਾਰੀ ਸੋਚ ਨਾਲ ਵੇਖੀਏ ਤੇ ਫਿਰ ਵੀ ਪਤਾ ਨਹੀਂ ਕਿਹੜੇ ਪਾਸੇ ਗਏ ਹਨ। ਪਰ ਮਹਾਰਾਜ ਅੰਤਰਜਾਮੀ ਆ, ਜੇ ਉਸ ਭਾਵਨਾ ਨਾਲ ਵੇਖੀਏ ਫਿਰ ਉਹਨਾਂ ਦੇ ਭਾਣੇ 'ਚ ਹੀ ਉਹ ਸਭ ਕੁਝ ਜਾਣਦੇ ਕਿੱਥੇ ਗਏ। ਦੋ ਛੋਟੇ ਸਾਹਿਬਜ਼ਾਦੇ ਵਿਛੜ ਚੁੱਕੇ, ਉਹਨਾਂ ਦਾ ਪਤਾ ਨਹੀਂ ਉਹ ਕਿਹੜੇ ਪਾਸੇ ਚਲੇ ਗਏ ਆ। ਦੋ ਵੱਡੇ ਸਾਹਿਬਜ਼ਾਦੇ ਕੋਲੇ ਆ ਤੇ ਉਹਨਾਂ 'ਚੋਂ ਵੀ ਇੱਕ ਆਗਿਆ ਮੰਗ ਰਿਹਾ ਵੀ ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਜਿਵੇਂ ਬਾਕੀ ਸਿੰਘ ਜਾ ਕੇ ਜੂਝ ਕੇ ਸ਼ਹੀਦੀਆਂ ਪਾਈਆਂ ਤੇ ਮੈਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿਓ। ਇਹ ਜਿਗਰਾ, ਇਹ ਹਿਰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੀ ਹੈ, ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਹੀ ਹੈ। ਤਾਂ ਸਤਿਗੁਰੂ ਮੁਸਕਰਾਏ ਹਨ, ਹੱਸੇ ਹਨ। ਨਹੀਂ ਤਾਂ ਪੁੱਤਰ ਤਾਂ ਕਿਤੇ 14 ਸਾਲਾਂ ਦਾ ਬਨਵਾਸ ਤੇ ਚਲੇ ਜਾਵੇ ਨਾ, ਤੇ ਪਿਤਾ ਵਹਿੰਦਾ ਰਹਿੰਦਾ ਹੈ ਚੜ੍ਹ ਕੇ ਕੋਠੇ ਦੇ ਉੱਤੇ, ਜਿੰਨਾ ਚਿਰ ਦਿਸਦਾ ਰਹਿੰਦਾ ਹੈ ਉਹਨਾਂ ਚਿਰ ਵੇਖੀ ਜਾਂਦਾ ਹੈ, ਜਦੋਂ ਅੱਖਾਂ ਤੇ ਓਹਲੇ ਹੋ ਜਾਂਦਾ ਹੈ ਤੇ ਛਾਲ ਮਾਰ ਦਿੰਦਾ ਹੈ। ਦਸ਼ਰਥ ਨੇ ਛਾਲ ਮਾਰੀ ਸੀ ਜਦੋਂ ਸ੍ਰੀ ਰਾਮ ਚੰਦਰ ਜੀ ਗਏ ਸਨ 14 ਸਾਲਾਂ ਦੇ ਬਨਵਾਸ ਤੇ। ਜਿਸ ਵੇਲੇ ਅਭਿਮਨਿਊ ਦੀ ਮੌਤ ਦਾ
ਪਤਾ ਲੱਗਾ ਸੀ, ਖਬਰ ਸੁਣੀ ਸੀ, ਤੇ ਅਰਜਨ ਦੇ ਹੱਥ ਵਿੱਚੋਂ ਧਨੁਸ਼ ਥੱਲੇ ਡਿੱਗ ਪਿਆ ਹੈ। ਪੁੱਤਰ ਦੀ ਮੌਤ ਦੀ ਖਬਰ ਹੀ ਸੁਣੀ ਸੀ ਜਦੋਂ। ਇਹ ਤਾਂ ਕਲਗੀਆਂ ਵਾਲੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਸੁਣ ਕਰਕੇ ਤੇ ਪ੍ਰਸੰਨ ਹੋਏ ਤੇ ਆਖਿਆ, ਪੁੱਤਰ ਬਹੁਤ ਚੰਗੀ ਗੱਲ ਹੈ, ਤੇਰੇ ਹਿਰਦੇ ਵਿੱਚ ਭਲੀ ਵਿਚਾਰ ਹੈ। ਹੱਥ ਤੁਰ ਕੰਨ ਤੁਰਕਾਂ ਦਾ ਨਾਸ ਕਰੋ, ਕਰ ਕਮ ਸੰਨ ਜੰਗ ਕਰਕੇ ਸ਼ੁਭ ਪਦ ਪਾਵੋ, ਫਿਰ ਸ਼ੁਭ ਪਦਵੀ ਨੂੰ, ਪਵਿੱਤਰ ਪਦਵੀ ਨੂੰ ਪ੍ਰਾਪਤ ਕਰ ਲੋ, ਸ਼ਹੀਦਾਂ ਦੀ ਪਦਵੀ ਨੂੰ। ਮਮ ਮਨ ਭਾਵ ਤੇ ਮੇਰੇ ਮਨ ਨੂੰ ਭਾ ਜਾਓ, ਕਿਉਂਕਿ ਜਿਹੜਾ ਧਰਮ ਨਿਭਾਉਂਦਾ ਹੋਇਆ ਸ਼ਹੀਦ ਹੋ ਜਾਂਦਾ, ਉਹ ਗੁਰੂ ਸਾਹਿਬ ਦੇ ਮਨ ਨੂੰ ਬਹੁਤ ਚੰਗਾ ਲੱਗਦਾ। ਜਿਹੜਾ ਸਿੱਖੀ ਨਿਭਾਉਂਦਾ, ਧਰਮ ਨਿਭਾਉਂਦਾ ਹੈ, ਸਰੀਰ ਭਾਵੇਂ ਨਹੀਂ ਰਹਿੰਦਾ ਪਰ ਸਿੱਖੀ ਰਹੀ, ਧਰਮ ਰਿਹਾ, ਤੇ ਉਹ ਕਲਗੀਧਰ ਪਾਤਸ਼ਾਹ ਜੀ ਨੂੰ ਬੜਾ ਚੰਗਾ ਲੱਗਦਾ ਹੈ। ਜਿਹੜਾ ਧਰਮ ਨਹੀਂ ਰੱਖਦਾ, ਸਿੱਖੀ ਨਹੀਂ ਰੱਖਦਾ, ਸਾਬਤ ਸੂਰਤ ਨਹੀਂ ਰੱਖਦਾ, ਜਾਨ ਭਾਵੇਂ ਰੱਖ ਲੈਂਦਾ ਹੈ, ਉਹ ਨਹੀਂ ਚੰਗਾ ਲੱਗਦਾ। ਮਹਾਰਾਜ ਸਾਹਿਬ ਜੀ ਕਹਿੰਦੇ, ਮਮ ਮਨ ਭਾਵੋ, ਮੇਰੇ ਮਨ ਨੂੰ ਭਾ ਜਾਓ, ਤੁਸੀਂ ਚੰਗੇ ਲੱਗੋ, ਸੋ ਜਸ ਬਿਠਾਰੋ, ਤੇ ਆਪਣਾ ਸ੍ਰੇਸ਼ਟ ਜਸ ਫੈਲਾ ਦਿਓ। ਵੇਖੋ ਅੱਜ ਉਹ ਦਿਨ ਕੁਰਬਾਨੀ ਕੀਤੀ ਹੈ, ਤੇ ਅੱਜ ਸਾਹਿਬਜ਼ਾਦਾ ਜੀ ਦਾ ਸਾਰੇ ਪਾਸੇ ਜਸ ਫੈਲਿਆ ਹੋਇਆ ਹੈ। ਸਾਰੇ ਪਾਸੇ ਸਾਹਿਬਜ਼ਾਦੇ ਦੇ ਨਾਮ ਦੇ ਜਕਾਰੇ ਬੁਲਾਏ ਜਾਂਦੇ ਆ। ਅਰਦਾਸ ਦੇ ਵਿੱਚ ਸਾਹਿਬਜ਼ਾਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ, ਸਾਹਿਬਜ਼ਾਦਿਆਂ ਦਾ ਨਾਮ ਲੈ ਕੇ ਵਾਹਿਗੁਰੂ ਬੋਲਦੇ ਹਾਂ। ਮਹਾਰਾਜ ਸਾਹਿਬ ਕਹਿੰਦੇ, ਸ੍ਰੇਸ਼ਟ ਜਸ ਫੈਲਾ ਦੇਵੋ, ਹਰ ਗਨ ਮਾਰਹੁ, ਸਮੂਹ ਦੁਸ਼ਮਣਾਂ ਨੂੰ ਮਾਰ ਦੇਵੋ। ਸਿੱਖ ਲਿਓ ਸੰਗਹਿ, ਤੇ ਮਹਾਰਾਜ ਕਹਿੰਦੇ, ਤੁਹਾਡੇ ਨਾਲ ਹੋਰ ਸਿੱਖ ਵੀ ਭੇਜਦੇ ਆ, ਉਹ ਨਾਲ ਦੇ ਸਿੱਖਾਂ ਨੂੰ ਵੀ ਲੈ ਕੇ ਜਾਓ ਨਾਲ, ਹਿਤ ਅਤ ਜੰਗਹਿ, ਜਿਨ੍ਹਾਂ ਦੇ ਚਿੱਤ ਦੇ ਵਿੱਚ ਅੱਤ ਦਾ ਹੀ ਹਿੱਤ ਹੈ ਜੰਗ ਕਰਨ ਦਾ। ਅੱਤ ਦਾ ਹੀ ਮਹਾਰਾਜ ਕਹਿੰਦੇ, ਜਿਨ੍ਹਾਂ ਸਾਡੇ ਸਿੱਖਾਂ ਨੂੰ ਚਾਅ ਚੜਿਆ ਹੋਇਆ ਜੰਗ ਕਰਨ ਦਾ। ਰਣ ਦੇਖ ਸੂਰੇ ਚੇਤੇ ਉਲਾਸ, ਜਿਨ੍ਹਾਂ ਦੇ ਚਿੱਤ ਵਿੱਚ ਉਤਸ਼ਾਹ ਹੈ ਜੰਗ ਦਾ। ਦੋਹਰਾ ਸਦਾ ਧਰਮ ਚੰਦਰੀਨ ਕੋ, ਚਲਿਓ ਸਨਾਤਨ ਆਏ। ਮਹਾਰਾਜ ਕਹਿੰਦੇ, ਪੁੱਤਰ ਛਤਰੀਆਂ ਦਾ ਇਹ ਸਦਾ ਹੀ ਧਰਮ ਹੈ ਕਿ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਨਾ। ਸ਼ਸਤਰ ਧਾਰੀਆਂ ਦਾ ਇਹ ਧਰਮ ਹੈ, ਇਹ ਸਦਾ ਦਾ ਹੀ ਚੱਲਿਆ ਆ ਰਿਹਾ ਹੈ, ਪਿੱਛੋਂ ਸਨਾਤਨ ਹੀ ਪੁਰਾਣਾ ਹੀ ਚੱਲਿਆ ਆ ਰਿਹਾ ਹੈ। ਤੁਝ ਸਮ ਪੈ ਅਭਿਮਨਿਉ ਕੇ, ਲਰਿਓ ਜਗਤ ਜਸ ਗਾਏ। ਮਹਾਰਾਜ ਕਹਿੰਦੇ, ਤੇਰੇ ਬਰਾਬਰ ਹੀ ਉਮਰ ਸੀ। ਜਿਹੜਾ ਦੁਆਪਰ ਯੁੱਗ ਦੇ ਵਿੱਚ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਕੁਰੂਕਸ਼ੇਤਰ ਦੀ ਧਰਤੀ ਤੇ ਅਰਜਨ ਦਾ ਪੁੱਤਰ ਜੋ ਅਭਿਮਨੂ ਸੀ ਨਾ, ਉਹਦੀ ਵੀ ਤੇਰੇ ਕੁ ਜਿੰਨੀ ਪੁੱਤਰ ਉਮਰ ਸੀ। ਉਹ ਵੀ ਜੰਗ ਦੇ ਮੈਦਾਨ ਵਿੱਚ ਲੜਿਆ ਸੀ, ਤੇ ਉਸਨੇ ਵੀ ਸੰਸਾਰ ਵਿੱਚ ਜਸ ਖੱਟਿਆ, ਉਹਦਾ ਵੀ ਜੱਗ ਜਸ ਗਾ ਰਿਹਾ ਹੈ। ਸਨਮੁਖ ਜਨ ਮਾਰਨ ਮਰਨਾ, ਇਹ ਛਤਰੀਆਂ ਦਾ ਧਰਮ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਹੈ ਨਾ ਆਪਣੇ ਮੁਖਾਰਬਿੰਦ ਤੋਂ, ਮਹਾਰਾਜ ਕਹਿੰਦੇ, ਛਤਰੀ ਕੋ ਪੂਤ ਹੋ ਬਾਹਮਣ ਕੋ ਨ ਹੈ, ਕਹਿ ਤਪ ਆਵਤ ਹੈ ਜੋ ਕਰੋ, ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹੇ ਤਿਆਗ ਕਹਾਂ ਚਿਤ ਤਾਂ ਮੈਂ ਧਰੋ। ਮਹਾਰਾਜ ਕਹਿੰਦੇ, ਮੈਂ ਛਤਰੀ ਦਾ ਪੁੱਤਰ ਹਾਂ ਭਾਈ, ਸ਼ਸਤਰ ਧਾਰੀ ਦਾ ਪੁੱਤਰ ਹਾਂ। ਤਾਂ ਸਤਿਗੁਰੂ ਕਹਿੰਦੇ, ਜੋ ਛਤਰੀਆਂ ਦਾ ਧਰਮ ਹੈ ਉਹ ਇਹੀ ਹੈ ਵੀ ਸਨਮੁਖ ਰਣ ਦੇ ਸਨਮੁਖ ਜਾਣਾ, ਮਾਰਨ ਮਰਨ, ਜਾਂ ਮਾਰਨਾ ਤੇ ਜਾਂ ਮਰ ਜਾਣਾ, ਸ਼ਹੀਦੀ ਪਾ ਦੇਣੀ। ਅਰਨਾ ਪੀਠ ਨਹਿ ਦੇਨ, ਮਹਾਰਾਜ ਕਹਿੰਦੇ, ਛਤਰੀ ਦੁਸ਼ਮਣ ਨੂੰ ਪਿੱਠ ਨਹੀਂ ਦਿੰਦਾ, ਉਹ ਸਾਹਮਣੇ ਜਾਂਦਾ, ਜਾਂ ਮਾਰਦਾ ਹੈ ਜਾਂ ਮਰਦਾ ਹੈ। ਸ਼ੁਭ ਪਦ ਕੋ ਪਰਲੋਕ ਮਹਿ, ਪਰ ਸ਼ਹੀਦੀ ਪਾ ਕੇ ਜੰਗ ਦੇ ਮੈਦਾਨ ਵਿੱਚ ਫਿਰ ਪਰਲੋਕ ਵਿੱਚ ਸ਼ੁਭ ਪਦਵੀ, ਪਵਿੱਤਰ ਪਦਵੀ ਪ੍ਰਾਪਤ ਕਰ ਲੈਂਦਾ ਹੈ, ਜਸ ਲੈਨ, ਤੇ ਧਰਤੀ ਉੱਤੇ ਵੀ ਜਸ ਲੈ ਲੈਂਦਾ ਹੈ। ਪਰਲੋਕ ਵਿੱਚ ਵੀ ਪਵਿੱਤਰ ਪਦ ਮਿਲਦਾ ਹੈ, ਤੇ ਧਰਤੀ ਉੱਤੇ ਵੀ ਜਸ ਪ੍ਰਾਪਤ ਹੁੰਦਾ ਹੈ। ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ, ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ, ਝੂਠਿਆਂ ਨੂੰ, ਗਦਾਰੀਆਂ ਕਰਨ ਵਾਲਿਆਂ ਨੂੰ ਲਾਹਣਤਾਂ ਪੈਂਦੀਆਂ ਰਹਿੰਦੀਆਂ ਸਦਾ ਹੀ। ਝੂਠਿਆਂ ਨੂੰ ਲਾਹਣਤਾਂ, ਅੱਜ ਲਾਹਣਤਾਂ ਹੀ ਪੈਂਦੀਆਂ ਨਾ ਵੀ ਇਹਨਾਂ ਨੇ ਕਸਮਾਂ ਖਾ ਖਾ ਕੇ ਤੇ ਮੁੜ ਕੇ ਉਹਦੇ ਤੇ ਪਹਿਰਾ ਨਹੀਂ ਦਿੱਤਾ। ਭਾਵੇਂ ਔਰੰਗਜ਼ੇਬ ਹੀ, ਭਾਵੇਂ 22 ਧਾਰ ਦੇ ਰਾਜੇ ਹੀ, ਵਜੀਦਾ ਸੀ, ਲਾਹੌਰ ਦਾ ਸੂਬਾ ਸੀ,
ਵੀ ਇਹਨਾਂ ਸਾਰਿਆਂ ਨੇ ਕਸਮਾਂ ਖਾ ਕੇ ਮੁੜ ਕੇ ਭੁਲਾ ਦਿੱਤੀਆਂ, ਤੋੜ ਦਿੱਤੀਆਂ, ਤੇ ਅੱਜ ਲਾਹਣਤਾਂ ਪੈਂਦੀਆਂ। ਸਦੀਆਂ ਬੀਤ ਗਈਆਂ, ਅੱਜ ਵੀ ਲਾਹਣਤਾਂ ਪੈਂਦੀਆਂ ਤੇ ਰਹਿੰਦੀ ਦੁਨੀਆ ਤੀਕ ਇਹਨਾਂ ਨੂੰ ਪੈਂਦੀਆਂ ਰਹਿਣਗੀਆਂ। ਤੇ ਸੂਰਮਿਆਂ ਦਾ ਜਸ ਰਹਿੰਦੀ ਦੁਨੀਆ ਤੀਕ ਗਾਇਆ ਜਾਣਾ। ਭਾਵੇਂ ਕੋਈ ਕਵੀ ਬੋਲੇ, ਭਾਵੇਂ ਕੋਈ ਕਥਾ ਵਾਲਾ ਬੋਲੇ, ਭਾਵੇਂ ਕੋਈ ਕਵੀਸ਼ਰ ਬੋਲੇ, ਭਾਵੇਂ ਕੋਈ ਢਾਡੀ ਬੋਲੇ, ਉਹਨਾਂ ਦੇ ਜਸ ਦੀ ਗੱਲ ਹੋਣੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਛਤਰੀ ਹੈ ਉਹ ਸੰਸਾਰ ਦੇ ਵਿੱਚ ਵੀ ਜਸ ਖੱਟਦਾ ਹੈ ਤੇ ਉਹਨੂੰ ਪ੍ਰਲੋਕ ਵਿੱਚ ਵੀ ਸ਼ੁਭ ਪਦ ਪ੍ਰਾਪਤ ਹੁੰਦਾ ਹੈ। ਰਾਜ ਸੰਤ ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਹੁਣ ਚੱਲੇ ਆ ਗੜੀ ਤੋਂ ਬਾਹਰ ਬਾਬਾ ਅਜੀਤ ਸਿੰਘ ਜੀ, ਜੋ ਬਲੀ ਆ, ਬਲ ਵਾਲੇ ਆ। ਬਾਬਾ ਅਜੀਤ ਸਿੰਘ ਜੀ ਗੁਰੂ ਕੇ ਸਾਹਿਬਜ਼ਾਦੇ, ਉਹਨਾਂ ਨੇ ਆਪਣੇ ਮੋਢੇ ਨਾਲ ਨਿਖੰਗ ਤੀਰਾਂ ਦਾ ਭਰਿਆ ਹੋਇਆ ਭੱਥਾ ਉਹ ਲਾ ਲਿਆ ਹੈ। ਬਭੀਖਣੰ ਨਰੀਖਣੰ ਸੋਤੀਖਣੰ ਖਤੰਗ ਹੈ। ਤੇ ਕਹਿੰਦੇ ਬੜੇ ਹੀ ਭੀਖਣ ਭਿਆਨਕ। ਨਿਰੀਖਣ ਨਾਮ ਹੈ ਵੇਖਣ ਦਾ, ਵੇਖ ਵੇਖ ਕੇ। ਸੋ ਤੀਖਣ ਤਿੱਖੇ ਤਿੱਖੇ ਜਿਹੜੇ ਤੀਰ ਆ ਨਾ, ਬੜੇ ਭਿਆਨਕ ਹੈ। ਕਈ ਪਤਲੇ, ਕਈ ਲੰਮੇ, ਕਈ ਚੌੜੇ ਚੌੜੇ। ਉਹ ਚੁਣ ਚੁਣ ਕੇ ਆਪਣੇ ਭੱਥੇ ਦੇ ਵਿੱਚ ਪਾ ਲਏ ਤੀਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ। ਕਿਰਪਾਨ ਮੁਸ਼ਕ ਸੋ ਕੋ ਦੰਡ ਲੈ ਕਠੋਰ ਕੋ। ਤੇ ਕਿਰਪਾਨ ਵੀ ਗਾਤਰੇ ਪਾ ਲਈ ਆ ਬਾਬਾ ਅਜੀਤ ਸਿੰਘ ਜੀ ਨੇ, ਜਿਸ ਕਿਰਪਾਨ ਦੀ ਮੁੱਠ ਨੂੰ ਸੋਨਾ ਜੜਿਆ ਹੋਇਆ, ਸੋਨੇ ਦੀ ਮੁੱਠ ਵਾਲੀ ਕਿਰਪਾਨ। ਤਾਂ ਫਿਰ ਇਸੇ ਤਰ੍ਹਾਂ ਹੱਥ ਦੇ ਵਿੱਚ ਕੁਦੰਡ ਲੈ ਕਠੋਰ ਕੋ। ਕੁਦੰਡ ਨਾਮ ਹੈ ਕਮਾਨ ਦਾ, ਧਨੁੱਖ ਦਾ, ਜਿਹੜਾ ਬੜਾ ਕਰੜਾ ਧਨੁੱਖ ਹੈ ਉਹ ਆਪਣੇ ਹੱਥ ਵਿੱਚ ਲੈ ਲਿਆ ਹੈ। ਧਰੇ ਸਿੰਘੋ ਆਇਓ ਧਾਨ ਧੀਰ ਗਾਏ ਘੋਰ ਗੁਰੂ। ਤੇ ਸਮੂਹ ਸ਼ਸਤਰ ਧਾਰਨ ਕਰ ਲਏ। ਇਹਨਾਂ ਤੋਂ ਇਲਾਵਾ ਹੋਰ ਬਰਸ਼ੀਆਂ ਆਦਿਕ, ਕਟਾਰਾਂ ਆਦਿਕ, ਪੇਸ਼ਕਬਜ਼ ਆਦਿਕ ਇਹ ਸ਼ਸਤਰ ਵੀ ਆਪਣੇ ਧਾਰਨ ਕੀਤੇ ਹਨ। ਤੇ ਦੀਰਘਾਏ ਘੋਰ ਕੋ, ਜਿਹੜੇ ਬੜੇ ਦੀਰਘ ਲੰਮੇ ਲੰਮੇ ਵੀ ਆ ਬਰਸ਼ੇ ਆਦਿਕ, ਤੇ ਘੋਰ ਭਿਆਨਕ ਆ। ਤੇ ਦੀਰਘਾਏ ਜਿਹੜੇ ਦੀਰਘ ਲੰਮਾ ਡੂੰਘਾ, ਘਾਏ ਨਾਮ ਜ਼ਖਮ ਦੇਣ ਵਾਲੇ ਆ, ਬੜੇ ਡੂੰਘੇ ਡੂੰਘੇ ਜ਼ਖਮ ਦੇਣ ਵਾਲੇ ਉਹ ਸ਼ਸਤਰ ਧਾਰਨ ਕਰ ਲਏ। ਦਈ ਪਿਤਾ ਪਰ ਦਸ਼ਨਾ ਸੋ ਬੰਦ ਨਾਹੇ ਥਾਨ ਕੈ। ਤੇ ਹੁਣ ਜੇ ਕੋਈ ਬਹੁਤੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰੇ ਨਾ, ਤੇ ਕਈ ਸਿੱਖ ਮਖੌਲ ਕਰਨ ਲੱਗ ਪੈਂਦੇ, ਮਖੌਲ ਕਰਨ ਵੀ ਗਾਤਰੇ ਸ੍ਰੀ ਸਾਹਿਬ ਧਾਰਨ ਕੀਤੀ ਜਾਂ ਤੀਰ ਕਮਾਨ ਹੱਥ ਵਿੱਚ ਫੜਿਆ ਜਾਂ ਇਹ ਤੇ ਸਾਡਾ ਸਾਧ ਸੰਗਤ ਜੀ, ਇਹ ਤਾਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਕਿੰਨੇ ਕਿੰਨੇ ਸ਼ਸਤਰ ਸੀ। 1.25 ਮਣ ਦਾ ਕਹਿੰਦੇ ਕਮਰ ਕੱਸਾ ਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ, 1.25 ਮਣ ਦਾ। ਜਿੰਨੇ ਸਾਰੇ ਸ਼ਸਤਰ ਹੁੰਦੇ ਸੀ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ, ਜਿੰਨੇ ਉਹ ਆਪਣੇ ਸੀਸ ਤੇ ਸਜਾਉਂਦੇ ਸੀ, ਵੱਡਾ ਖੰਡਾ ਸਾਹਮਣੇ ਲਾਇਆ ਕਰਦੇ ਸੀ। ਅੱਜ ਵੀ ਉਸ ਖੰਡੇ ਦੇ ਦਰਸ਼ਨ ਅਕਾਲ ਤਖਤ ਸਾਹਿਬ ਕਰਵਾਏ ਜਾਂਦੇ ਆ ਸ਼ਾਮ ਨੂੰ। ਜਿਹੜਾ ਦਮਾਲੇ ਤੇ ਖੰਡਾ ਲਾਉਂਦੇ ਸੀ ਉਹ ਫੁੱਟ ਜਿੰਨਾ ਲੰਮਾ ਵਾ ਬਾਬਾ ਦੀਪ ਸਿੰਘ ਜੀ ਦਾ ਖੰਡਾ। ਫਿਰ ਜਿਹੜੇ ਉਹ ਦਮਾਲੇ 'ਚ ਕਿੰਨੇ ਚੱਕਰ ਲਾਉਂਦੇ ਹੁੰਦੇ ਸੀ, ਉਹਨਾਂ ਛੋਟੇ ਜਿਹੇ ਚੱਕਰ ਤੋਂ ਲੈ ਕੇ ਜਦੋਂ ਕੇਸਕੀ ਕਰਦੇ ਸੀ ਨਾ, ਥੱਲੇ ਜੂੜਾ ਕਰਦੇ ਹੁੰਦੇ ਸੀ, ਉਹਦੇ ਵਿੱਚ ਛੋਟੀ ਚੱਕਰੀ ਪਾਇਆ ਕਰਦੇ ਸੀ ਜੂੜੇ ਦੇ ਵਿੱਚ, ਨਾਲ ਕੇਸਕੀ ਕਰਨੀ। ਤੇ ਫਿਰ ਉਹਦੇ ਤੋਂ ਉੱਤੇ ਦਮਾਲੇ ਦੇ ਉੱਤੇ ਕਿੰਨੇ ਚੱਕਰ ਲਾਉਂਦੇ ਸੀ, ਉਹਨਾਂ ਸਾਰੇ ਚੱਕਰਾਂ ਦੇ ਦਰਸ਼ਨ ਅਕਾਲ ਤਖਤ ਸਾਹਿਬ ਕਰਵਾਏ ਜਾਂਦੇ। ਤੇ ਹੁਣ ਜੇ ਕੋਈ ਚੱਕਰ ਲਾਉਂਦਾ ਦਮਾਲੇ ਤੇ, ਉਹਦੇ ਵੱਲੇ ਹੋਰ ਤਰ੍ਹਾਂ ਵੇਖਦੇ ਵੀ ਇਹ ਕਿਉਂ ਲਾਇਆ। ਵੀ ਇਹ ਤਾਂ ਸਾਡਾ ਸੱਭਿਆਚਾਰ ਤੇ ਹੀ ਆ, ਸਾਡੀ ਮਰਿਆਦਾ ਤੇ ਹੀ ਆ ਨਾ। ਇਸ ਕਰਕੇ ਤਾਂ ਹੀ ਅਜਾਇਬ ਘਰ ਵਿੱਚ ਵੀ ਤਾਂ ਹੀ ਰੱਖੇ ਆ ਵੀ ਸਾਡੇ ਗੁਰੂ ਸਾਹਿਬਾਂ ਦੇ, ਸਾਡੇ ਸਿੰਘਾਂ ਦੇ ਇਹ ਭਾਈ ਸਾਨੂੰ ਇਹ ਦਿੱਤੀਆਂ ਦਾਤਾਂ ਵਾ। ਗੁਰੂ ਸਾਹਿਬ ਨੇ ਕਲਗੀਧਰ ਪਾਤਸ਼ਾਹ ਦੇ ਚੱਕਰ ਦੇ ਵੀ ਦਰਸ਼ਨ ਕਰਨੇ ਹੋਣ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪਾਂ ਅੱਜ ਵੀ ਕਰ ਸਕਦੇ ਹਾਂ। ਜਿਹੜਾ ਆਪਣੇ ਦਮਾਲੇ ਤੇ ਸਜਾਉਂਦੇ ਸੀ ਸੁਨਹਿਰੀ ਚੱਕਰ ਵਾ, ਤੇ 22 ਜਪਜੀ ਸਾਹਿਬ ਦੀਆਂ ਪੌੜੀਆਂ ਲਿਖੀਆਂ ਉਹਦੇ ਉੱਤੇ। 22 ਜਪਜੀ ਸਾਹਿਬ ਦੀਆਂ ਪੌੜੀਆਂ। ਕਿੰਨੀ ਮਿਹਨਤ ਉਸ ਸਿੱਖ ਨੇ ਕੀਤੀ ਹੋਗੀ ਜਿਹਨੇ ਕਲਗੀਧਰ ਪਾਤਸ਼ਾਹ ਨੂੰ ਉਹ ਚੱਕਰ ਭੇਟ ਕੀਤਾ। ਤੇ 1.25 ਮਣ ਦਾ ਸਾਰੇ ਸ਼ਸਤਰ ਜਿਹੜੇ ਸੀ ਬਾਬਾ ਦੀਪ ਸਿੰਘ ਜੀ ਕੋਲੇ ਇੰਨੇ ਹੁੰਦੇ ਸੀ। 18 ਸੇਰ ਦਾ ਤੇ ਇਕੱਲਾ ਖੰਡਾ ਹੀ ਸੀ ਬਾਬਾ ਜੀ ਦਾ, 18 ਸੇਰ ਦਾ ਖੰਡਾ। ਤੋ ਐਸੀ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼। ਕਮਰ ਕੱਸੇ ਵਿੱਚ ਕਿੰਨੇ ਕਿੰਨੇ ਸ਼ਸਤਰ ਲਾਉਣੇ। ਇੱਥੇ ਬਾਬਾ ਜੀ ਦੇ ਸ਼ਸਤਰਾਂ ਦਾ ਜ਼ਿਕਰ ਆ ਰਿਹਾ। ਬਾਬਾ ਅਜੀਤ ਸਿੰਘ ਸਾਹਿਬ ਜੀ ਵੀ ਐ ਤਿਆਰ ਹੋ ਕੇ ਕਮਰ ਕੱਸਾ ਲਾ ਕੇ ਤੇ ਫਿਰ ਦਈ ਪਿਤਾ ਪ੍ਰਦਸ਼ਨਾ ਸੋ ਬੰਦਨਾ ਹੀ ਠਾਨ ਕੇ। ਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਫਿਰ ਪ੍ਰਕਰਮਾਂ ਕੀਤੀਆਂ।
परिक्रमा करके फिर मत्था टेकिया पिता जी नूं। परिक्रमा भी मर्यादा वा साडी साध संगत जी। ये जिहड़े नुकते हुंदे इतिहास विचों मिलदे, इहदे चों बड़ी वड्डी सिੱਖਿਆ मिलदी है। बाबा अजीत सिंह साहब जी जंग नूं तुरन लगे आ ते पिता गुरु गोबिंद सिंह जी दीयां परिक्रमा कीतियां। आपां भी गुरु दरबार दीयां परिक्रमा करदे हां, महाराज नूं नमस्कार करके फिर परिक्रमा करदे हां, दरबार दीयां परिक्रमा करदे हां, गुरु के निशान साहब दीयां परिक्रमा कीतियां जांदियां। क्योंकि महाराज ने आख्या जिते शस्त्र नामंग नमस्कार तामंग, शस्त्रां नूं भी नमस्कार कीती जांदी। साडे तख्त साहिबां उत्ते अज भी उत्ते थड़े दे उत्ते शस्त्र सोभनीक कीते हुंदे। शस्त्र नूं सिख मत्था टेक सकदा है, निशान साहब नूं सिख मत्था टेक सकदा है, क्योंकि गुरु का निशान है। तो इस करके उस वेले तैयार बर तैयार हो करके ते पिता जी दियां परिक्रमा करके ते फिर मत्था टेकिया बाबा अजीत सिंह साहिब जी ने। आनंद ते बिलंद नैन पै प्रफुल मान कै। तां कहिंदे भी बहुता ही आनंद है बाबा अजीत सिंह साहिब जी नूं, ते आनंद सूरमे नूं ही चढ़दा है। कायर नूं ते डर लगन लग पैंदा जंग वेख के, कायर तां कंबन लग पैंदा है। बाबा अजीत सिंह साहिब जी जंग नूं जाण लगे आ ते अगों गोलियां वजणियां, अगों तीर वजने, अगों 20 ਲੱਖ फौज दा मुकाबला करना। ते आनंद दे विच बहुत ही आनंद दे विच ते कहिंदे भी प्रफुल्ल मान भी नैन जिहड़े नेत्र वा ना है प्रफुल्लत होए पए, खिड़े पए होए आनंद दे नाल बाबा जी दे नेत्र। ਚੱਲੇ ਉਸ ਪੌਰ ਠੌਰ ਕੋ ਜਤਾ ਮੇਰੇ ਗਿੰਦ ਪੈ ਬਿਨਾ। ते गढ़ी दे दरवाजे वाल नूं जा रहे बाबा अजीत सिंह जी, वड्डे दरवाजे वाल नूं। किवें जा रहे आ? कवि जी कहिंदे जिवें शेर डर तो बिना जांदा है, जिवें शेर विचरदा है ना, कोई भय नहीं हुंदा शेर नूं। ते इस तरह बाबा अजीत सिंह जी वो बब्बर शेर वो दरवाजे वाल नूं जा रहे सनदबद्ध हो के, शस्त्रधारी हो करके। हर वीर संग पंच फेर जाए मान कै मना। ते कलगीधर पातशाह ने 5 ਸਿੰਘਾਂ ਨੂੰ आग्या दित्ती है भी साहिबजादे दे नाल तुसीं भी चलो। ते 5 ਸਿੰਘਾਂ ने रजा मन्नी है कलगीधर पातशाह दी। ते वो 5 ਸਿੰਘ भी परबीर, कल्ला वीर नहीं लिखिया कवि जी ने, परबीर लिखिया। परबीर कहिंदे बहुते वड्डे सूरमे आ, वड्डे सूरमे जिहड़े बाबा जी दे नाल 5 ਸਿੰਘ चले हन। सवैया आलम सिंह तारे साला युद्ध जात जिसी राजपूत पलेरी। हुण वारी वारी उन्हां 5 ਸਿੰਘਾਂ ਦਾ ਜ਼ਿਕਰ ਕਰਨਗੇ कवि जी। पहले आ भाई साहब भाई आलम सिंह जी, ये गुरु साहब दे हजूरीए सिख वा। उन्हां ने कहिंदे सारे शस्त्र धारण कर लै ਜਿਹੜੇ राजपूत जाति दे नाल संबंध रखते, जिन्हां दी भलेरी चंगी राजपूत जाति है। खास साहिब दास गुरु को पास रहे नित श्री गुर हेरी। ये खास सलाहकार आ कलगीधर पातशाह दे, खास मुसाहिब जिहदे नाल खास सलाह कीती जांदी है, खास गलबात कीती जांदी है। भाई आलम सिंह जी गुरु गोबिंद सिंह जी दी हजूरी च रहण वाले सिंह वा ते महाराज साहब जी दे बहुते ही प्यारे आ ते निता प्रति ये महाराज साहब जी दे पास रिहा करदे सन। बोलन कीर बिलास करै जे संग सदा करना बहुते। ते सतगुरु जी इस सिख दे नाल बड़े बिलास करिया करदे सी, बहुत हासे दे बचन भी इस सिख नाल कर लिया करदे सन। ते इस भाई आलम सिंह दे उत्ते बहुत ही किरपा करदे सन। इस सिख नूं साध संगत जी इतिहास विच नचना सिख भी आखिया। ये बहुत तेज तरारा सिख सी, बहुत तेजी सी इहदे विच ते बहुत चलाक चुस्त सी ये सिंह। ते ये जदों भी ये हੱਸਦਾ ही रहिंदा सी सदा ते भज्जा ही फिरदा सी ये, क्योंकि आपो अपना सुभाव हुंदा, किसी ने चुप ही कीते रहना, किसी ने बोलना, किसी ने सहीजे तुरना, किसी तैयार बुर तैयार काली काली तुरना। ये तैयार बुर तैयार सी ते बड़ा हासे वाला सिंह सी ते इहदा नां फिर नचना सिंह ही रख दिता सी। तो ये भी ये तुरदा ही है काली काली। ते महाराज साहब जी मखौल वाले बचन, हासे वाले बचन भी इस सिंह नाल कर लिया करदे सी, क्योंकि उहदे नाल कीते जांदे जिहदा सुभाਅ जिस तरह दा होवे। ते इहदा सुभाਅ इस तरह दा सी। ये भाई आलम सिंह जी महाराज साहब जी दे प्यारे सिंह। आए सलेत संगर के मन होए आनंद
ਚੱਲਿਓ ਤਿਸ ਬੇਰੀ। ਕਲਗੀਧਰ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ ਤੇ ਜੰਗ ਦੇ ਨਾਲ ਹਿੱਤ ਕਰਦੇ ਹੋਇਆਂ ਮਨ ਵਿੱਚ ਆਨੰਦ ਧਾਰਨ ਕਰਕੇ ਉਸ ਵੇਲੇ ਚੱਲ ਪਏ। ਗੁਰ ਨੰਦਨ ਸੰਗ ਆਨੰਦ ਤੇ ਅੰਗ, ਜਵਾਹਰ ਸਿੰਘ ਚੱਲਿਓ ਭਗ ਭਾਰੀ। ਗੁਰੂ ਕੇ ਸਾਹਿਬਜ਼ਾਦੇ ਦੇ ਨਾਲ ਬਹੁਤੇ ਆਨੰਦ ਦੇ ਸਹਿਤ ਹੋ ਕਰਕੇ ਭਾਈ ਜਵਾਹਰ ਸਿੰਘ ਜੀ ਜਿਹੜੇ ਵੱਡੇ ਸੂਰਮੇ ਗੁਰੂ ਕੇ, ਉਹ ਦੂਸਰੇ ਸਿੰਘ ਉਹ ਚੱਲੇ। ਜਿਮ ਆਵਤ ਬਿੰਦ ਮਲੇਛ ਚਲੇ, ਤਿਨ ਸੰਮੁਖ ਰੋਗ ਬਿਲੋਕ ਅਗਾਈ। ਤੇ ਜਿਵੇਂ ਬਹੁਤੇ ਹੀ ਮਲੇਛ ਅੱਗੇ ਨੂੰ ਵੱਧ ਕੇ ਆ ਰਹੇ ਨਾ, ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਦੇ ਸਾਹਮਣੇ ਹੋ ਕੇ ਭਾਈ ਜਵਾਹਰ ਸਿੰਘ ਜੀ ਜਾ ਰਹੇ ਆ। ਸਰ ਕੋਮਲ ਸ਼ੂਰ ਤੁਫੰਗਨ ਦੂਰਨਾ, ਗੇਰ ਗੜਾ ਦਲ ਧੂਮ ਮਜਾਰੀ। ਜਿਸ ਭਾਈ ਜਵਾਹਰ ਸਿੰਘ ਜੀ ਨੇ ਬਹੁਤੇ ਤੀਰ ਚਲਾਏ, ਬਹੁਤੀਆਂ ਗੋਲੀਆਂ ਚਲਾਈਆਂ ਤੇ ਦੜਾ ਦੜ ਧਰਤੀ ਦੇ ਉੱਤੇ ਤੁਰਕਾਂ ਨੂੰ ਛੇਤੀ ਛੇਤੀ ਛੁੱਟ ਦਿੱਤਾ। ਮੁਖ ਬੋਲਤ ਸ੍ਰੀ ਗੁਰਦੇਵ ਫਤਿਹ, ਕਹੋ ਤਰਾਸ ਬਹੀਨ ਲਾਏ ਅਰ ਮਾਰੀ। ਜੰਗ ਦੇ ਮੈਦਾਨ ਵਿੱਚ ਬਾਬਾ ਅਜੀਤ ਸਿੰਘ ਜੀ ਦੇ ਨਾਲ 5 ਸਿੰਘ ਗਏ ਤੇ ਜਿਸ ਵੇਲੇ ਤੁਰਕਾਂ ਨੂੰ ਸ਼ਸਤਰਾਂ ਦੇ ਨਾਲ ਹੇਠਾਂ ਸੁੱਟੀ ਜਾ ਰਹੇ ਆ ਵੱਢ ਵੱਢ ਕੇ, ਤੇ ਫਿਰ ਮੁਖ ਤੋਂ ਗੁਰੂ ਦੇਵ ਜੀ ਦੀ ਫਤਿਹ ਬੁਲਾਉਂਦੇ ਆ ਤੇ ਡਰ ਤੋਂ ਬਿਨਾਂ ਹਨ। ਫਤਿਹ ਤੋਂ ਭਾਵ ਹੈ ਗੁਰੂ ਕਾ ਜਕਾਰਾ ਬੁਲਾਉਂਦੇ ਆ ਜਿਸ ਵੇਲੇ ਤੁਰਕਾਂ ਦੇ ਉੱਤੇ ਹਮਲਾ ਕਰਦੇ ਹਨ। ਦੋਹਰਾ ਧਿਆਨ ਸਿੰਘ ਉਰ ਧਿਆਨ ਗੁਰ। ਇਹ ਤੀਸਰਾ ਸਿੰਘ ਹੈ ਭਾਈ ਧਿਆਨ ਸਿੰਘ, ਜਿਸ ਨੇ ਕਲਗੀਧਰ ਪਾਤਸ਼ਾਹੀ ਦਾ ਹਿਰਦੇ ਵਿੱਚ ਧਿਆਨ ਧਰਿਆ ਹੋਇਆ ਹੈ। ਕਰਿਓ ਅਰਮ ਮਹਿ ਦੌਰ, ਇਹ ਵੀ ਵੈਰੀਆਂ ਦੇ ਵਿੱਚ ਦੌੜ ਕੇ ਵੜ ਗਿਆ ਹੈ ਗੁਰੂ ਕੀ ਆਗਿਆ ਨਾਲ। ਠੌਰ ਠੌਰ ਹਲ ਚੱਲ ਪਰੀ, ਥਾਂ ਥਾਂ ਦੇ ਉੱਤੇ ਨੇ ਹਲਚਲੀ ਮਚਾ ਦਿੱਤੀ ਭਾਈ ਧਿਆਨ ਸਿੰਘ ਨੇ। ਗੁਰ ਸੁਤ ਤੇ ਬਡਰੌਰਾ, ਤੇ ਕਹਿੰਦੇ ਵੀ ਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਗਏ ਆ ਜੰਗ ਦੇ ਮੈਦਾਨ ਵਿੱਚ, ਜਿੱਥੇ ਵੱਡਾ ਰੌਲਾ ਪੈ ਰਿਹਾ ਹੈ। ਸੁੱਖਾ ਸਿੰਘ ਤੁਫੰਗ ਲੈ, ਇਸੇ ਤਰ੍ਹਾਂ ਚੌਥਾ ਸਿੰਘ ਹੈ ਭਾਈ ਸੁੱਖਾ ਸਿੰਘ, ਸੋ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਤੁਫੰਗ ਲੈ ਬੰਦੂਕ ਲਈ ਹੋਈ ਹੈ। ਨਹਿ ਬਰੂਦ ਗੁਲ ਕਾਨਾ, ਪਰ ਕਹਿੰਦੇ ਬਰੂਦ ਤੇ ਗੋਲੀਆਂ ਕੋਈ ਹੈ ਨਹੀਂ। ਤੂੜਾ ਮੋੜ ਕਲਾ ਜੜਿਓ, ਪਰ ਕਲਗੀਧਰ ਪਾਤਸ਼ਾਹ ਦਾ ਬਚਨ ਸੀ ਬਸ ਤੋੜਾ ਲਾਈ ਜਾਓ ਦਿਖਾਈ ਜਾਓ। ਕਹਿੰਦੇ ਵੀ ਮੋੜ ਕਰਕੇ ਤੋੜਾ ਜਿਹੜਾ ਉਹ ਕਲਾ ਦੇ ਉੱਤੇ ਜੜ ਦਿੰਦੇ ਆ ਭਾਈ ਸੁੱਖਾ ਸਿੰਘ। ਕੋਈ ਬੰਦੂਕ ਦੇ ਵਿੱਚ ਗੋਲੀ ਨਹੀਂ, ਬਰੂਦ ਨਹੀਂ ਹੈ, ਪਰ ਮਹਾਰਾਜ ਨੇ ਆਖਿਆ ਸੀ ਬਸ ਤੋੜੇ ਦਿਖਾਈ ਜਾਓ, ਚੱਲੀ ਜਾਣਗੀਆਂ। ਦਸਤ ਰਵਾ ਕਰ ਪਾਨ, ਹੱਥ ਵਿੱਚ ਕਹਿੰਦੇ ਵੀ ਤਿਆਰ ਬਰ ਤਿਆਰ ਕਰਕੇ ਨਾ ਉਹ ਤੋੜਾ ਜਿਹਾ ਪਲੀਤੇ ਤੇ ਲਾਈ ਜਾਂਦੇ ਆ ਤੇ 10 ਤਰ੍ਹਾਂ ਤਿਆਰ ਕਰਕੇ ਤੇ ਆਪਣੇ ਹੱਥ ਵਿੱਚ ਫੜ ਕੇ ਤੇ ਚਲਾਈ ਜਾਂਦੇ ਭਾਈ ਸੁੱਖਾ ਸਿੰਘ। ਅੱਗ ਦੁਸ਼ਮਨ ਕੇ ਗਾਤ ਕੋ, ਦੁਸ਼ਮਣ ਦੇ ਸਰੀਰ ਨੂੰ ਤੱਕ ਕਰਕੇ ਤੂਰਨ ਕਰਾ ਝੁਕਾਏ। ਛੇਤੀ ਦੇ ਨਾਲ ਉਹਦੀ ਕਲਾ ਜੀ ਝੁਕਾ ਦਿੰਦੇ, ਭਾਵ ਘੋੜਾ ਦੱਬ ਦਿੰਦੇ। ਕਲਾ ਝੁਕਾਉਣ ਤੋਂ ਭਾਵ ਹੈ ਦਬਾ ਪਲੀਤਾ ਧੁਖਤ ਹੈ, ਤੇ ਜਿਹੜਾ ਧੁਖਦਾ ਆ ਪਲੀਤਾ ਵਾ ਉਹ ਲਾ ਦਿੰਦੇ ਹਨ। ਮਾਰ ਕਦੇਰ ਨ ਲਾਏ, ਫਿਰ ਕਹਿੰਦੇ ਗੋਲੀ ਚੱਲਦੀ ਹੈ ਤੇ ਮਾਰਦਿਆਂ ਦੇਰ ਨਹੀਂ ਲਾਉਂਦੀ। ਭਾਈ ਸੁੱਖਾ ਸਿੰਘ ਗੋਲੀਆਂ ਚਲਾਉਂਦਾ। ਵੀਰ ਸਿੰਘ ਬਰ ਵੀਰ, ਇਹ ਪੰਜਵਾਂ ਸਿੰਘ ਜਿਹੜਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਤੋਰਿਆ ਕਲਗੀਧਰ ਪਾਤਸ਼ਾਹ ਨੇ, ਭਾਈ ਵੀਰ ਸਿੰਘ ਇਸ ਦਾ ਨਾਮ ਹੈ ਤੇ ਵੱਡਾ ਬਹਾਦਰ ਸੂਰਬੀਰ ਹੈ, ਕਰ ਬਹਾਦਰੇ ਪੂਰ, ਜਿਸ ਨੇ ਬੜੀ ਵੱਡੀ ਬਹਾਦਰੀ ਕੀਤੀ ਹੈ। ਕੀਤੇ ਉਤਹਨੇ ਮਲੇਸ਼ ਗਾਨ, ਇੱਧਰ ਉੱਧਰ ਵਿਚਰ ਕੇ ਤੁਰਕਾਂ ਦੇ ਦਲ ਵਿੱਚ ਤੇ ਬਹੁਤੇ ਮਲੇਸ਼ਾਂ ਦਾ ਖਾਤਮਾ ਕੀਤਾ ਹੈ ਇਸ ਗੁਰੂ ਕੇ ਲਾਲ ਭਾਈ ਵੀਰ ਸਿੰਘ ਨੇ। ਸੂਰ ਗਰੂਰਨ ਦੂਰ, ਕਹਿੰਦੇ ਜਿਨ੍ਹਾਂ ਸੂਰਮਿਆਂ ਨੂੰ ਗਰੂਰ ਸੀ ਨਾ, ਗੁਮਾਨ ਸੀ, ਘਮੰਡ ਸੀ, ਉਹਨਾਂ ਦਾ ਗਰੂਰ ਤੋੜ ਦਿੱਤਾ ਇਸ ਸਿੰਘ ਨੇ। ਸ਼ਬੈ ਛੰਦ ਗੁਰ ਸੋਤੋਰ ਮਹਿ ਕੁਪਤ, ਹਾਂਜੀ, ਕੁਪਤ ਬਹੁ ਹਮ ਡਰ ਡਾਰੇ। ਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਹਿਰਦੇ ਵਿੱਚ ਬਹੁਤਾ ਵੀਰ ਰਸ ਧਾਰਨ ਕਰਕੇ ਤੇ ਕਹਿੰਦੇ ਜਿਹੜੇ ਕੁਪੱਤ ਵਨ ਖੋਟੀ ਪੱਤ ਵਾਲੇ ਖੋਟੇ ਤੁਰਕ ਮਲੇਸ਼, ਉਹਨਾਂ ਬਹੁਤਿਆਂ ਨੂੰ ਹਨ ਕਰ ਡਾਰੇ ਮਾਰ ਕੇ ਸੁੱਟ ਦਿੱਤਾ ਹੈ। ਐਂਚਤ ਨਿਠਰ ਕਮਾਨ ਮਾਨ, ਖਾਨਨ ਨਿਰਵਾਰੇ। ਤਾਂ ਉਸ ਵੇਲੇ ਫਿਰ ਕਹਿੰਦੇ ਵੀ ਐਂਚਤ ਖਿੱਚਦੇ ਆ, ਜਿਹੜਾ ਨਿਠਰ ਕਮਾਨ ਹੈ ਨਾ, ਬੜਾ ਕਰੜਾ ਕਮਾਨ ਹੈ, ਉਹਦੇ ਵਿੱਚੋਂ ਫਿਰ ਤੀਰ ਖਿੱਚਦੇ ਆ, ਬੜੇ ਕਰੜੇ ਧਨੁੱਖ ਦੇ ਵਿੱਚੋਂ ਕਮਾਨ ਵਿੱਚੋਂ ਤੀਰ ਖਿੱਚ ਕੇ ਤੇ ਵੇਖ ਵੇਖ ਕੇ ਛੱਡਦੇ ਹਨ। ਗਿਰਤੇ ਵੀਰ ਤੁਰੰਗ, ਤੇ ਘੋੜਿਆਂ ਤੋਂ ਸੂਰਮੇ ਥੱਲੇ ਡਿੱਗ ਪੈਂਦੇ ਜਦੋਂ ਤੀਰ ਜਾ ਕੇ ਵੱਜਦਾ ਹੈ। ਰੰਗ
ਸਰਵਨਤ ਜਨ ਕੇਰਾ। ਤੇ ਉਹਨਾਂ ਦਾ ਰੰਗ ਜਿਹੜੇ ਥੱਲੇ ਡਿੱਗਦੇ ਨਾ ਤੇ ਖੂਨ ਦੇ ਰੰਗ ਵਿੱਚ ਲੱਥ-ਪੱਥ ਹੋ ਜਾਂਦੇ, ਲਹੂ ਦੇ ਰੰਗ ਵਾਲੇ ਹੋ ਜਾਂਦੇ। ਤੀਸ਼ਨ ਬਾਣ ਮਨਹਾਰ ਹਾਰ ਦੇ। ਕਹਿੰਦੇ ਤਿੱਖੇ ਤਿੱਖੇ ਤੀਰ ਚਲਾਉਂਦੇ ਬਾਬਾ ਅਜੀਤ ਸਿੰਘ ਜੀ, ਰਾਸ ਬਡੇਰਾ। ਤੇ ਹਾਰ ਦਾ ਡਰ ਦਿੰਦੇ ਉਹਨਾਂ ਨੂੰ ਵੱਡਾ। ਉਹਨਾਂ ਨੂੰ ਇੰਜ ਲੱਗਦਾ ਵੀ ਸਾਡੀ ਹਾਰ ਹੋ ਜਾਣੀ। ਇਹ ਗੁਰੂ ਕਾ ਪੁੱਤਰ ਜਿਹੜੇ ਤਰੀਕੇ ਨਾਲ ਤੀਰ ਛੱਡ ਰਿਹਾ ਤੇ ਪਰੋ ਕੇ ਸੁੱਟੀ ਜਾਂਦਾ ਨਾ, ਮਾਰੀ ਜਾਂਦਾ, ਤੇ ਸਾਨੂੰ ਹਾਰ ਦੇ ਦੇਵੇਗਾ। ਰਿਪ ਸਿਪਰ ਜਿਹੇ ਬਖਤਰ। ਜਿਸ ਕਹਿੰਦੇ ਦੁਸ਼ਮਣ ਨੇ ਬਖਤਰ ਪਾਈ ਹੁੰਦੀ ਨਾ, ਲੋਹੇ ਦੀ ਸੰਜੋ ਪਾਈ ਹੁੰਦੀ, ਕਵਚ ਪੇਟੀ ਆਦਿਤ ਫੋਰ ਕਰ। ਤੇ ਕਿਸੇ ਨੇ ਕਵਚ ਪੇਟੀ ਪਾਈ ਹੁੰਦੀ, ਇਹ ਵੀ ਸੰਜੋ ਦਾ ਹੀ ਨਾਮ। ਬਖਤਰ ਵੀ ਸੰਜੋ ਦਾ ਹੀ ਨਾਮ ਆ ਤੇ ਕਵਚ ਪੇਟੀ ਵੀ ਸੰਜੋ ਦਾ ਹੀ ਨਾਮ। ਇਹ ਮਹਾਂਪੁਰਖ ਦੱਸਦੇ ਵੀ ਬਖਤਰ ਕਿਹਾ ਜਾਂਦਾ ਵੀ ਜਿਹੜੀ ਲੋਹੇ ਦੀ ਸੰਜੋ ਸਾਰੀ ਪਾਈ ਹੁੰਦੀ, ਨਿੱਕੀਆਂ ਨਿੱਕੀਆਂ ਤਾਰਾਂ ਦੀ, ਲੋਹੇ ਦਾ ਕੁੜਤਾ। ਤੇ ਕਵਚ ਪੇਟੀ ਉਹਨੂੰ ਕਿਹਾ ਜਾਂਦਾ ਜਿਹੜਾ ਅਗਲੇ ਪਾਸੇ ਉਹ ਪੇਟੀ ਬਣੀ ਹੁੰਦੀ ਉਹ ਵੀ ਸੰਜੋ ਆ, ਕਿ ਉਹ ਪਰਦਾ ਜਿਹਾ ਬਣਿਆ ਹੁੰਦਾ, ਜਿਹੜਾ ਲੋਹੇ ਦਾ ਪਰਦਾ ਜਿਹਾ ਬਣਿਆ ਹੁੰਦਾ, ਉਹ ਜਿਹੜੀ ਹੈ ਸੰਜੋ ਦੂਸਰੇ ਤਰ੍ਹਾਂ ਦੀ। ਤੇ ਕਹਿੰਦੇ ਵੀ ਜਿਨ੍ਹਾਂ ਨੇ ਜਾਲੀ ਵਾਲੀਆਂ ਸੰਜੋਆਂ ਪਾਈਆਂ ਸੀ ਜਾਂ ਉਹ ਕਵਚ ਪੇਟੀ ਵਾਲੀਆਂ ਸੰਜੋਆਂ ਪਾਈਆਂ ਸੀ, ਤੇ ਉਹਨਾਂ ਨੂੰ ਵੀ ਤੀਰਾਂ ਦੇ ਨਾਲ ਫੋੜ ਕੇ ਸਾਹਿਬਜ਼ਾਦਾ ਦੀ ਸੁੱਟੀ ਜਾਂਦੇ ਹਨ। ਹੱਥ ਪ੍ਰਾਨ ਹਰੀ ਫਨ ਕੇ ਤੁਰਤ ਪਾਰ ਪਰਤ। ਤਾਂ ਕਹਿੰਦੇ ਵੀ ਹਰੀਫਣ ਨਾਮ ਹੈ ਦੁਸ਼ਮਣਾਂ ਦਾ, ਦੁਸ਼ਮਣਾਂ ਦੇ ਪ੍ਰਾਣ ਨਾਸ ਕਰਕੇ ਤੇ ਤੁਰੰਤ ਬੜੀ ਛੇਤੀ ਦੇ ਨਾਲ ਸਾਹਿਬਜ਼ਾਦੇ ਦੇ ਤੀਰ ਪਾਰ ਹੋ ਜਾਂਦੇ, ਗੜ ਧਰਨ ਸਾਰ। ਤੇ ਅਗਲੇ ਪਾਸੇ ਨਿਕਲ ਕੇ ਸਰੀਰ ਵਿੱਚੋਂ ਸੰਜੋਆਂ ਨੂੰ ਪਾੜ ਕੇ ਸਰੀਰਾਂ ਚੋਂ ਤੀਰ ਨਿਕਲ ਕੇ ਤੇ ਅਗਲੇ ਪਾਸੇ ਜਾ ਕੇ ਧਰਤੀ 'ਚ ਗੱਡੇ ਜਾਂਦੇ ਤੀਰ। ਇਸ ਤਰੀਕੇ ਨਾਲ ਇੰਨੇ ਵੀਰ ਰਸ ਵਿੱਚ ਆ ਕੇ ਸਾਹਿਬਜ਼ਾਦਾ ਜੀ ਤੀਰ ਚਲਾਉਂਦੇ ਆ। ਨਹੀਂ ਤੇ ਲੋਹੇ ਦੀ ਸੰਜੋ ਪਾੜਨੀ ਕੋਈ ਸੌਖੀ ਗੱਲ। ਕਹਿੰਦੇ ਵੀ ਲੋਹੇ ਦੀਆਂ ਸੰਜੋਆਂ ਪਾੜ ਕੇ, ਕਵਚ ਪੇਟੀਆਂ ਪਾੜ ਕੇ ਤੇ ਛਾਤੀਆਂ ਪਾੜ ਕੇ ਤੇ ਅਗਲੇ ਪਾਸੇ ਜਾ ਕੇ ਧਰਤੀ 'ਚ ਗੱਡੇ ਜਾਂਦੇ ਤੀਰ। ਇੰਨੇ ਵੀਰ ਰਸ ਵਿੱਚ ਆ ਕੇ ਬਾਬਾ ਅਜੀਤ ਸਿੰਘ ਜੀ ਤੀਰ ਚਲਾਉਂਦੇ ਆ। ਰੁਦਰ ਰੂਪ ਤੇ ਰੁਦਰ ਸੰਗ। ਤੇ ਕਹਿੰਦੇ ਵੀ ਫਿਰ ਸ਼ਿਵ ਜੀ ਨੇ ਵੇਖਿਆ ਨਾ ਜਦੋਂ ਜੰਗ ਬਾਬਾ ਅਜੀਤ ਸਿੰਘ ਜੀ ਦਾ, ਤੇ ਰੁਦਰ ਰੂਪ, ਜਿਸ ਰੁਦਰ ਦਾ ਸ਼ਿਵ ਜੀ ਦਾ ਬੜਾ ਰੁਦਰ ਡਰਾਉਣਾ ਜਿਹਾ ਹੀ ਰੂਪ ਹੈ ਨਾ, ਵੀ ਉਹ ਅੱਕ ਵੀ ਧਤੂਰਾ ਵੀ, ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਵੀ ਅੱਕ ਧਤੂਰਾ ਵੀ ਛਕ ਲੈਂਦੇ ਆ, ਤੇ ਫਿਰ ਸੱਪਾਂ ਦੀ ਮਾਲਾ ਵੀ ਗਲ ਵਿੱਚ ਪਾਉਂਦੇ ਆ, ਤੇ ਬੜਾ ਭਿਆਨਕ ਜਿਹਾ ਹੀ ਰੂਪ ਆ ਸ਼ਿਵ ਜੀ ਦਾ। ਉਹ ਰੁਦਰ ਰੂਪ ਵਾਲੇ ਸ਼ਿਵ ਜੀ ਆਪਣੇ ਰੁਦਰ ਸਰੂਪ ਦੇ ਸੰਗ ਪ੍ਰਥਮਾਦ ਲਏ ਗਾਣ। ਕਹਿੰਦੇ ਵੀ ਉਹਨਾਂ ਨੇ ਪ੍ਰਥਮਾ ਤੋਂ ਆਦਿਕ ਜਿਹੜੇ ਗਣ ਉਹ ਨਾਲ ਲੈ ਲਏ। ਪ੍ਰਥਮਾ ਇੱਕ ਸ਼ਿਵ ਜੀ ਦੀ ਫੌਜ ਦਾ ਨਾਮ ਹੈ। ਕਹਿੰਦੇ ਵੀ ਭਿਆਨਕ ਰੂਪ ਧਾਰ ਕੇ ਸ਼ਿਵ ਜੀ ਪ੍ਰਥਮਾ ਤੋਂ ਆਦਿ ਗਣਾਂ ਨੂੰ ਨਾਲ ਲੈ ਲਿਆ। ਇਹ ਪ੍ਰਥਮ ਜਿਹੜਾ ਇਹ ਸ਼ਿਵ ਜੀ ਦੇ ਗਣ ਹਨ, ਤਾਂ ਇਹ ਪ੍ਰਥਮਾ, ਇਹ ਭਾਈ ਸਾਹਿਬ ਜੀ ਨੇ ਲਿਖਿਆ ਵੀ 36 ਕਰੋੜ ਮੰਨੇ ਜਿਹੜੇ ਪ੍ਰਥਮਾ ਗਣ ਵਾ ਸ਼ਿਵ ਜੀ ਦੇ। 36 ਕਰੋੜ ਕਹਿੰਦੇ ਉਹਨਾਂ ਦੀ ਫੌਜ ਹੈ। ਤਾਂ ਇਹ ਉਹਨਾਂ ਸਾਰਿਆਂ ਨੂੰ ਨਾਲ ਲੈ ਕਰਕੇ ਵੀਰ 52 ਮੁਦਤ। ਉਹ ਵੀ ਆ ਗਏ ਆ, ਸ਼ਿਵ ਜੀ ਵੀ ਆ ਗਏ ਆਪਣੀ ਇਹ ਗਣਾਂ ਨੂੰ ਨਾਲ ਲੈ ਕੇ ਬਾਬਾ ਅਜੀਤ ਸਿੰਘ ਜੀ ਦਾ ਜੰਗ ਵੇਖਣ ਵਾਸਤੇ ਗੁਪਤ ਰੂਪ ਦੇ ਵਿੱਚ। ਤੇ ਵੀਰ 52 ਜਿਹੜੇ ਹਨ ਉਹ ਵੀ ਬੜੇ ਪ੍ਰਸੰਨ ਹੋਏ, ਉਹ ਵੀ ਜੰਗ ਵੇਖਣ ਵਾਸਤੇ ਆ ਗਏ, ਜਿਹਦੇ ਵਿੱਚ ਭੈਰੋ ਤੇ ਹਨੂਮਾਨ ਆਦਿ ਕੇ ਵੀਰਾਂ ਵਿੱਚ ਗਿਣੇ ਜਾਂਦੇ 52 ਵੀਰ ਆਏ। ਜੋਗਣੀ ਜੰਗ ਭੂਤ ਗਣ ਤੇ ਸਮੂਹ ਜੋਗਣੀਆਂ ਆ ਗਈਆਂ, 64 ਜੋਗਣੀਆਂ ਜੰਗ ਵੇਖਣ ਵਾਸਤੇ, ਤੇ ਭੂਤਾਂ ਦਾ ਟੋਲਾ ਵੀ ਆ ਗਿਆ ਉੱਥੇ ਜੰਗ ਵੇਖਣ ਵਾਸਤੇ। ਹੜ ਹੜ ਹੱਸ ਹੜ ਉਠਤ ਲੁਠਤ ਘਾਇਲ ਤੜਫਨ ਤੇ। ਜਿਹੜੇ ਜ਼ਖਮੀ ਹੋਏ ਉਹ ਤੜਫ ਰਹੇ ਆ, ਤੇ ਕਹਿੰਦੇ ਵੀ ਜਿਹੜੀਆਂ ਭੂਤਨੀਆਂ ਜੋਗਣੀਆਂ ਉਹ ਹੜ ਹੜ ਕਰਕੇ ਅਟਹਾਸ ਕਰਕੇ ਹੱਸ ਰਹੀਆਂ, ਹਾ ਕਰਕੇ ਹੱਸ ਰਹੀਆਂ ਵੀ ਉਹਨਾਂ ਨੂੰ ਮੌਜਾਂ ਬਣੀਆਂ ਪਈਆਂ। ਉਹ ਮਾਸ ਖਾਣ ਵਾਲੇ ਜਿਹੜੇ ਹਨ, ਲਹੂ ਪੀਣ ਵਾਲੇ, ਉਹ ਸਾਰੇ ਉੱਥੇ ਆਏ ਹਨ। ਭੂਤ ਬੈਤਾਲ ਤਾਲ ਤੇ ਫਿਰ ਰਹੇ ਆ ਉੱਥੇ ਭੂਤ ਨੇ ਤੇ ਬੈਤਾਲ। ਇਹ ਵੀ ਭੂਤਾਂ ਦੀ ਇੱਕ ਕਿਸਮ ਆ। ਕਿਸਮ ਤੇ ਹਰ ਇੱਕ ਦੀ ਹੁੰਦੀ ਆ। ਕਈ ਵਾਰੀ ਆਪਾਂ ਕਹਿ ਦਿੰਦੇ ਨਾ ਕਿਸਮਾਂ ਨਹੀਂ ਹੁੰਦੀਆਂ, ਕਿਸਮਾਂ ਹੁੰਦੀਆਂ ਵਾ। ਮਹਾਰਾਜ ਨੇ ਆਖਿਆ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕਰੋੜਾਂ ਭੂਤ ਨੇ ਆ, ਕੋਈ ਇੱਕ ਅੱਧਾ ਥੋੜਾ। ਤੇ ਹਰ ਇੱਕ ਦੀ ਕਿਸਮ ਆ। ਕਿਸਮ ਤਾਂ ਮੱਝਾਂ ਗਾਵਾਂ ਦੀ ਵੀ ਹੁੰਦੀ ਆ ਵਪਾਰੀ ਜਾਣਦੇ ਹੋ, ਹਰ ਇੱਕ ਨੂੰ ਨਹੀਂ ਪਤਾ ਹੁੰਦਾ। ਮੱਝਾਂ ਦੀ ਵੀ ਕਿਸਮ ਵਾ, ਕੋਈ ਕਹਿ ਦਿੰਦੇ ਗਾਵਾਂ ਦੀ ਵੀ ਕਿਸਮ ਆ।
ਕਹਿੰਦੇ ਨੀਲੀਆਂ ਇਹ ਸ਼ਾਹੀਵਾਲ, ਇਹ ਦੂਜੀਆਂ ਇਹ ਦੇਸੀ, ਇਹ ਵਲੈਤੀ। ਇਸੇ ਤਰ੍ਹਾਂ ਕਿਸਮਾਂ ਇਨਸਾਨਾਂ ਦੀਆਂ ਵੀ ਹੁੰਦੀਆਂ ਹੈ ਵੀ ਕੋਈ ਇੱਧਰ ਦਾ ਵੱਖਰੇ ਵੱਖਰੇ ਇਲਾਕਿਆਂ, ਵੱਖਰਾ ਵੱਖਰਾ ਬੋਲੀ, ਵੱਖਰਾ ਵੱਖਰਾ ਰੰਗ ਰੂਪ, ਕਿਵੇਂ ਆਖਾਂਗੇ? ਨਹੀਂ ਹੁੰਦੀਆਂ ਕਿਸਮਾਂ। ਸਾਰਾ ਕੁਝ ਹੈ ਸਾਹਮਣੇ ਤਾਂ ਹੈ ਆਪਣੇ ਇੱਧਰ ਰਲਵੇ ਮਿਲਵੇਂ ਜੇ ਆ, ਤੇ ਆ ਕਈਆਂ ਇਲਾਕਿਆਂ ਦੇ ਉਹਨਾਂ ਦੇ ਉਹ ਨੱਕ ਉਹ ਜਿਹੜੇ ਮਧਰੇ ਜੇ ਆ ਚਾਈਨਾ ਵਾਲੇ, ਤੇ ਜਿਹੜੇ ਇਸੇ ਤਰ੍ਹਾਂ ਅੰਗਰੇਜ਼ ਉਹ ਲੰਮੇ ਲੰਮੇ ਤੇ ਸਾਰੇ ਗੋਰੇ ਹੀ, ਕਈਆਂ ਦੇਸ਼ਾਂ ਦੇ ਉਹ ਕਾਲੇ ਸ਼ਾਹ ਹੀ, ਵੱਖਰੇ ਵੱਖਰਾ ਸਾਰਾ ਰੰਗ ਰੂਪ। ਇਸੇ ਤਰ੍ਹਾਂ ਭੂਤਾਂ ਦੀਆਂ ਵੀ ਕਿਸਮਾਂ, ਉਹਨਾਂ ਨੂੰ ਕਈਆਂ ਨੂੰ ਭੂਤ ਨੇ ਕਿਹਾ ਜਾਂਦਾ, ਕਈਆਂ ਨੂੰ ਬੈਤਾਲ ਕਿਹਾ ਜਾਂਦਾ ਹੈ। ਤਾਲ ਤਾੜੀ ਨਾ ਬਜੰਤੇ, ਬਜੰਤੀ। ਤੇ ਉਹ ਕਹਿੰਦੇ ਵੀ ਭੂਤ ਜਿੰਨੇ ਤਾੜੀਆਂ ਮਾਰ ਮਾਰ ਹੱਸ ਰਹੇ ਆ। ਬਾਬਾ ਅਜੀਤ ਸਿੰਘ ਜੀ ਤੀਰਾਂ ਨਾਲ ਪਰੋ ਕੇ ਰੱਖੀ ਜਾਂਦੇ ਆ, ਤੇ ਉਹ ਵੇਖ ਵੇਖ ਕੇ ਵੀ ਇਹੋ ਜਿਹਾ ਜੰਗ ਹੋ ਰਿਹਾ, ਕਿੰਨੇ ਕਿੰਨੇ ਢੇਰ ਹੀ ਲਾਈ ਜਾਂਦੇ ਮਾਰ ਮਾਰ ਕੇ ਬਾਬਾ ਅਜੀਤ ਸਿੰਘ ਜੀ। ਬਦ ਕਾਗ ਕੰਕ ਕੇ ਕੁੱਕ ਹੋਏ, ਤੇ ਵੱਡੇ ਵੱਡੇ ਕਾਂ ਤੇ ਕੰਕ, ਇੱਥੇ ਫੇਰ ਦੋ ਕਿਸਮਾਂ ਆ ਗਈਆਂ। ਕਹਿੰਦੇ ਵੀ ਕਾਕ ਨਾਮ ਵੀ ਕਾਂ ਦਾ ਤੇ ਕੰਕ ਨਾਮ ਵੀ ਕਾਂ ਦਾ। ਆਪਾਂ ਸਾਹਮਣੇ ਵੇਖਦੇ ਆ, ਇੱਕ ਆਪਣੇ ਜਿਹੜੇ ਆ ਘਰਾਂ 'ਚ ਕਾਂ ਆਉਂਦੇ ਕੇ, ਤੇ ਇੱਕ ਕਮਾਦ ਜਿੱਥੇ ਲੱਗੇ, ਕਮਾਦ ਦੇ ਲਾਗੇ ਚੱਲ ਜਾਈਏ ਪਹਾੜੀ ਕਾਂ ਦੇ, ਉੱਥੇ ਹੋ ਜਾਂਦਾ ਮੇਲ ਮਿਲਾਪ ਹੈ। ਇੱਕ ਦੇਸੀ ਕਾਂ ਤੇ ਪਹਾੜੀ ਕਾਂ, ਉਹ ਵੀ ਕਹਿੰਦੇ ਬੋਲ ਰਹੇ ਹਨ। ਉਹ ਥੋੜੇ ਜਿਹੇ, ਇਹ ਜ਼ਿਆਦੇ ਸ਼ਾਹ ਕਾਲੇ ਆ, ਉਹ ਥੋੜੇ ਜਿਹੇ ਭੂਰੇ ਜਿਹੇ ਹੁੰਦੇ ਆ। ਤਾਂ ਇਸ ਤਰ੍ਹਾਂ ਕਹਿੰਦੇ ਵੀ ਉਹ ਪਹਾੜੀ ਕਾਂ ਤੇ ਦੇਸੀ ਕਾਂ ਸਾਰੇ ਜਿਹੜੇ, ਉਹ ਵੀ ਉੱਥੇ ਉੱਚੀ ਉੱਚੀ ਕੂਕ ਰਹੇ ਹਨ। ਆਮੇਖ ਭਖ ਸ਼ਰੋਨਤ ਪਿਆਇਤ ਪੀਅਤ, ਕਹਿੰਦੇ ਵੀ ਆਮਖ ਮਾਸ ਖਾ ਰਹੇ ਆ ਤੇ ਲਹੂ ਪੀ ਰਹੇ ਆ, ਇਸ ਕਰਕੇ ਉੱਚੀ ਉੱਚੀ ਬੋਲ ਰਹੇ ਆ, ਕਿਉਂਕਿ ਰੱਜਿਆਂ ਨੂੰ ਆਵਾਜ਼ਾਂ ਨਿਕਲਣੀਆਂ, ਭੁੱਖਿਆਂ ਦੇ ਆਵਾਜ਼ ਕਿੱਥੇ ਨਿਕਲਦੀ। ਉਹ ਮਾਸ ਖਾ ਖਾ ਕੇ, ਲਹੂ ਪੀ ਪੀ ਕੇ, ਰੱਜ ਕੇ ਤੇ ਕਾਂ ਕਾਂ ਕਰਦੇ ਫਿਰਦੇ ਹਨ। ਰਣ ਖੇਤ ਭਰਿਓ ਡਾਕਣ ਡਿਗਰ, ਤੇ ਡਾਕਣੀਆਂ ਜਿਹੜੀਆਂ ਡੈਣਾ, ਉਹਨਾਂ ਨੂੰ ਡਾਕਣੀਆਂ ਕਿਹਾ ਜਾਂਦਾ। ਉਹ ਡਿਗਰ ਨਾਮ ਵੱਡੀਆਂ 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 ਡੈਣਾ ਨਾਲ ਕਹਿੰਦੇ ਰਣ ਜਿਹੜਾ ਜੰਗੀ ਮੈਦਾਨ ਹੈ, ਖੇਤ ਹੈ, ਉਹ ਭਰ ਗਿਆ। ਰਾਵਤ ਤ੍ਰਿਪਤੇ ਬੀਅਤ, ਤੇ ਬੀਅਤ ਨਾਮ ਹੈ ਵਿਚਰਨ ਦਾ। ਇੱਧਰ ਉੱਧਰ ਤੁਰੀਆਂ ਫਿਰਦੀਆਂ ਤੇ ਤ੍ਰਿਪਤਾਂ ਰੱਜਦੀਆਂ ਫਿਰਦੀਆਂ ਤੇ ਡਕਾਰ ਮਾਰਦੀਆਂ ਫਿਰਦੀਆਂ। ਕਵੀ ਜੀ ਕਹਿੰਦੇ ਡਾਕਣੀਆਂ ਲਹੂ ਮਾਸ ਖਾ ਖਾ ਕੇ ਡਕਾਰ ਮਾਰਦੀਆਂ, ਇੱਧਰ ਉੱਧਰ ਤੁਰੀਆਂ ਫਿਰਦੀਆਂ। ਸ੍ਰੀ ਅਜੀਤ ਸਿੰਘ ਵੀਰ ਧੀਰ, ਬਾਬਾ ਅਜੀਤ ਸਿੰਘ ਜੀ ਮਹਾਨ ਹੀ ਸੂਰਬੀਰ, ਜਿਨ੍ਹਾਂ ਦੇ ਵਿੱਚ ਵੱਡੀ ਹੀ ਧੀਰਜ ਹੈ। ਧਾਰ ਤੀਰ ਪ੍ਰਹਾਰੇ, ਤੇ ਧੀਰਜ ਧਾਰਨ ਕਰਕੇ ਤੀਰ ਚਲਾ ਰਹੇ ਹਨ, ਕਿਉਂਕਿ ਧੀਰਜ ਨਾਲ ਹੀ ਤੀਰ ਚੱਲਦੇ ਨਹੀਂ, ਤੇ ਉੱਥੇ ਖਲੋਣਾ ਸੌਖਾ ਕਿਤੇ ਇੰਨੇ ਲੱਖਾਂ ਫੌਜ ਦੇ ਵਿੱਚ ਹੈ। ਤਾਂ ਹੀ ਸੂਰਮਾ ਆਖਿਆ, ਸੂਰਮਾ ਐਵੇਂ ਥੋੜਾ ਕਿਹਾ ਜਾਂਦਾ, ਜਿਵੇਂ ਲੱਤਾਂ ਭਾਰ ਚੱਲਦੀਆਂ ਹੋਣ ਤਾਂ ਹੀ ਹਨ। ਬਾਬਾ ਅਜੀਤ ਸਿੰਘ ਸਾਹਿਬ ਜੀ ਇੰਨੀ ਫੌਜ ਦੇ ਵਿੱਚ ਖਲੋ ਕਰਕੇ ਧੀਰਜ ਧਾਰ ਕੇ ਕਹਿੰਦੇ ਤੀਰ ਚਲਾ ਰਹੇ ਹਨ। ਕੌਤਕ ਹੋਤ ਅਦੂਤ, ਤੇ ਉੱਥੇ ਕਹਿੰਦੇ ਅਨੋਖੇ ਹੀ ਕੌਤਕ ਹੋ ਰਹੇ ਹਨ। ਆਏ ਨਮ ਦੇਵ ਨਿਹਾਰੇ, ਕਵੀ ਜੀ ਕਹਿੰਦੇ ਆਕਾਸ਼ ਵਿੱਚ ਤਾਂ ਦੇਵਤੇ ਵੀ ਆ ਗਏ ਜੰਗ ਵੇਖਣ ਵਾਸਤੇ। ਇਹ ਤਾਂ ਉਸ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਹੀ ਦਿਸਦਾ ਨਾ ਸਾਰਾ ਕੁਝ। ਸ਼ਾਸਤਰ ਦਾ ਬਚਨ ਵਾ ਵੀ ਦੋ ਦੋ ਅੱਖਾਂ ਸਾਰਿਆਂ ਦੀਆਂ, ਤੇ ਵਿਦਵਾਨ ਦੀ ਤੀਸਰੀ ਅੱਖ, ਤੇ ਪੰਡਤ ਉਹਨੂੰ ਕਿਹਾ ਜਾਂਦਾ ਜਿਹੜੇ ਸਾਰੇ ਭਾਸ਼ਾ ਦੇ ਗ੍ਰੰਥ ਜਾਣਦਾ ਹੋਵੇ। ਉਹਦੀਆਂ ਕਹਿੰਦੇ ਵੀ ਇਸੇ ਤਰ੍ਹਾਂ 7 ਅੱਖਾਂ, ਦੋ ਦੋ ਅੱਖਾਂ ਸਾਰਿਆਂ ਦੀਆਂ। ਜਿਹੜਾ ਕੋਈ ਵਿਦਿਆ ਪੜ੍ਹਿਆ ਹੈ, ਵਿਦਵਾਨ ਦਾ ਮਤਲਬ ਇਹ ਨਹੀਂ ਜਿਹੜਾ ਸਟੇਜ ਤੇ ਬੋਲਦਾ, ਕਿਸੇ ਵੀ ਵਿਦਿਆ ਨੂੰ ਪੜ੍ਹਨ ਵਾਲਾ। ਅੱਗੇ ਅੱਖਰ ਲਿਖੇ ਆ, ਜੇ ਇੱਥੋਂ ਬੱਸ ਅੱਡੇ ਨੂੰ ਜਾਣਾ ਤੇ ਅੱਖਰ ਪੜ੍ਹ ਕੇ ਬੱਸ ਹੀ ਇੱਥੋਂ ਹੋਰ ਕਿਤੇ ਜਾਣੀ ਆ, ਤੇ ਉਹ ਅੱਖਰ ਪੜ੍ਹ ਕੇ ਪਤਾ ਲੱਗਦਾ ਵੀ ਇਹ ਸੁਲਤਾਨਪੁਰ ਤੋਂ ਕਪੂਰਥਲੇ ਨੂੰ ਜਾਣ ਵਾਲੀ ਹੈ ਜੀ। ਤੇ ਜਿੰਨੇ ਉਹ ਅੱਖਰ ਪੜ੍ਹੇ ਉਹ ਝੱਟ ਪੜ੍ਹ ਲਵੇਗਾ, ਨਹੀਂ ਤੇ ਦੂਜੇ ਤੋਂ ਪੁੱਛਣਾ ਪਵੇਗਾ। ਦੋਏ ਦੋਏ ਲੋਚਨ ਸਰਬਾਨਾ, ਵਿਦਵਾਨਾ ਤਰਈ ਲੋਚਨਾ, ਪੰਡਤਾਨਾ ਸਪਤਾਨਾ, ਬ੍ਰਹਮ ਗਿਆਨੀ ਅਨੰਤ ਲੋਚਨਾ। ਕਹਿੰਦੇ ਬ੍ਰਹਮ ਗਿਆਨੀ ਦੀਆਂ ਇੰਨੀਆਂ ਅੱਖਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਬ੍ਰਹਮ ਗਿਆਨੀ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ, ਬੀਤ ਚੁੱਕੇ ਦਾ ਵੀ ਪਤਾ, ਤੇ ਜੋ ਅੱਖਾਂ ਨਾਲ ਨਹੀਂ ਦਿਸਦਾ ਗੁਪਤ ਸ੍ਰਿਸ਼ਟੀ, ਬ੍ਰਹਮ ਗਿਆਨੀ ਨੂੰ ਉਹ ਵੀ ਦਿਸਦੀ ਆ। ਇਸ ਕਰਕੇ ਜੋ ਕੁਝ ਭਾਈ ਸੰਤੋਖ ਸਿੰਘ ਜੀ ਨੂੰ ਦਿਸਿਆ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਆਕਾਸ਼ ਵਿੱਚ ਦੇਵਤੇ ਵੀ ਜੰਗ ਵੇਖਣ ਵਾਸਤੇ ਆਏ। ਹੋਏ ਬੁਝਾਤ ਅਸਵਾਰ ਤਿਨੈ, ਜੇ ਕੋਈ ਇਹਦੇ ਤੇ ਸ਼ੰਕਾ ਕਰੇ ਤੇ ਸ਼ੰਕਾ ਬਣਦਾ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਾਰਾ ਹਾਲ ਵਰਣਨ ਕੀਤਾ ਹੈ। ਜਿਨ੍ਹਾਂ ਨੇ ਸ਼ੰਕਾ ਕਰਨਾ ਉਹ ਇਹਨੂੰ ਪਤਾ ਕੀ ਕਹਿ ਦਿੰਦੇ, ਉਹ ਕਹਿ ਦਿੰਦੇ ਮਿਥਿਹਾਸ। ਬਸ ਇੰਨਾ ਕੰਮ ਕਹੋ ਤੇ ਗੱਲ ਨਿਬੜੀ। ਤੇ ਮਿਥਿਹਾਸ ਕਹਿੰਦੇ ਝੂਠ ਨੂੰ। ਗੁਰੂ ਗ੍ਰੰਥ ਸਾਹਿਬ 'ਚ ਜੋ ਬਚਨ ਲਿਖਿਆ ਹੈ ਉਹ
ਅਟਲ ਹੈ, ਸੱਚ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਅਨੇਕਾਂ ਵਾਰੀ ਕੀਤਾ ਹੈ। ਉਹ ਗੁਰੂ ਕਾ ਜਸ ਵੀ ਕਰਦੇ, ਪਰਮੇਸ਼ਰ ਦਾ ਜਸ ਵੀ ਕਰਦੇ। ਆ ਸੋਦਰ ਦੀ ਪੌੜੀ ਸਵੇਰੇ ਸ਼ਾਮ ਪੜ੍ਹਦੇ ਆ, ਕਿਤੇ ਮਿਥਿਹਾਸ ਹੀ ਥੋੜ੍ਹਾ ਪੜ੍ਹੀ ਜਾਂਦੇ ਆ। ਜਦੋਂ ਆਪਾਂ ਕਹਿੰਦੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੇ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਕੋਈ ਇਹ ਜੜ੍ਹਾਂ ਕਿਤੇ ਮਿਥਿਹਾਸ ਤੇ ਥੋੜ੍ਹਾ ਰੱਖੀਆਂ। ਜਿਹੜਾ ਗੱਲ ਗੁਰਬਾਣੀ ਦੇ ਵਿੱਚ ਇਹ ਗੱਲ ਕਹਿੰਦਾ ਨਾ ਮਿਥਿਹਾਸ, ਉਹਨੂੰ ਤੇ ਹੱਕ ਹੀ ਕੋਈ ਨਹੀਂ ਹੈ ਬੋਲਣ ਦਾ, ਕਿਉਂਕਿ ਮਿਥਿਹਾਸ ਦਾ ਅਰਥ ਹੁੰਦਾ ਝੂਠ। ਗੁਰਬਾਣੀ 'ਚ ਕੋਈ ਝੂਠ ਨਹੀਂ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਾਂ ਜਦੋਂ ਆਪਾਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਤੇ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਪ੍ਰਸੰਗ ਜਦੋਂ ਵਰਣਨ ਕੀਤਾ ਕਲਗੀਧਰ ਪਾਤਸ਼ਾਹ ਨੇ, ਤਾਂ ਮਹਾਰਾਜ ਕਹਿੰਦੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਹੁਣ ਜੈ 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 ਸੁਰ ਲੋਕ ਕਲਗੀਧਰ ਪਾਤਸ਼ਾਹ ਨੂੰ ਦਿਸਿਆ, ਆਮ ਸੰਸਾਰੀ ਇਨਸਾਨ ਨੂੰ ਥੋੜ੍ਹਾ ਦਿਸਿਆ ਵੀ ਸੁਰਲੋਕ ਵਿੱਚ ਜੈ ਜੈਕਾਰ ਹੋ ਰਹੀ ਹੈ। ਸੁਰਲੋਕ ਦੇ ਵਾਸੀ ਜੈ ਜੈਕਾਰ ਕਰ ਰਹੇ ਨਾਵੇਂ ਪਾਤਸ਼ਾਹ ਦੀ। ਇਹ ਤਾਂ ਦਸ਼ਮੇਸ਼ ਪਾਤਸ਼ਾਹ ਨੇ ਵੇਖਿਆ ਤੇ ਦਸ਼ਮੇਸ਼ ਪਾਤਸ਼ਾਹ ਨੇ ਆਖਿਆ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕਹਿ ਥਾਵਾਂ ਥਾਵਾਂ ਤੇ ਉਹ ਕਹਿੰਦੇ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ। ਸਭ ਦੇਵੀਆਂ ਸਭ ਦੇਵਤੇ ਮਹਾਰਾਜ ਨੂੰ ਧਿਆਉਂਦੇ ਨਮਸਕਾਰਾਂ ਕਰਦੇ। ਤੇ ਗੁਰੂ ਕੇ ਪੁੱਤਰ ਦਾ ਜੰਗ ਵੇਖਣ ਵਾਸਤੇ ਭਾਈ ਸਾਹਿਬ ਕਹਿੰਦੇ ਦੇਵਤੇ ਵੀ ਆਕਾਸ਼ ਵਿੱਚ ਆ ਗਏ। ਹੋਏ ਪਦਾਰਥ ਅਸਵਾਰ, ਜਿਹੜੇ ਪੈਦਲ ਚੱਲ ਰਹੇ ਆ ਜਾਂ ਜਿਹੜੇ ਅਸਵਾਰ ਹਨ, ਹੱਥ ਤੂਰਨ ਡਾਰੇ ਬੜੀ ਛੇਤੀ ਨਾਲ ਤੀਰਾਂ ਨਾਲ ਮਾਰ ਮਾਰ ਕੇ ਉਹਨਾਂ ਨੂੰ ਥੱਲੇ ਸੁੱਟੀ ਜਾਂਦੇ ਹਨ। ਏਮ ਪਠਾਨ ਆਰ ਮੁਗਲ, ਇਸ ਤਰੀਕੇ ਨਾਲ ਪਠਾਣਾਂ ਨੂੰ ਅਤੇ ਮੁਗਲਾਂ ਨੂੰ ਪਰੇ ਜਨ ਪੁੰਜ ਮੁਨਾਰੇ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਤੀਰਾਂ ਨਾਲ ਪਰੋ ਕੇ ਥੱਲੇ ਸੁੱਟ ਦਿੱਤਾ। ਕਵੀ ਜੀ ਕਹਿੰਦੇ ਵੀ ਜਿਵੇਂ ਉੱਤੋਂ ਕਲਸ ਟੁੱਟ ਟੁੱਟ ਕੇ ਥੱਲੇ ਡਿੱਗਦੇ ਹੋਣ, ਜਿਵੇਂ ਮੁਨਾਰੇ ਵੱਡੇ ਵੱਡੇ ਥੱਲੇ ਡਿੱਗਦੇ ਹੋਣ, ਮੁਨਾਰਿਆਂ ਦੀ ਤਰ੍ਹਾਂ ਪਠਾਨ ਤੇ ਮੁਗਲ ਸੁੱਟ ਦਿੱਤੇ। ਰਣ ਖੇਤ ਪਇਓ ਧਾਰਨ ਮਹਾ, ਬੜਾ ਭਿਆਨਕ ਡਰਾਉਣਾ ਜੰਗ ਦਾ ਮੈਦਾਨ ਹੋ ਗਿਆ। ਲੋਥਨ ਪਰ ਗੈਰੋ ਗਿਰੇ, ਲੋਥਨ ਪਰ ਲੋਥਾਂ ਗਿਰੀ, ਲੋਥਾਂ ਦੇ ਉੱਤੇ ਲੋਥਾਂ ਗਿਰੀਆਂ ਪਈਆਂ, ਲਾਸ਼ਾਂ ਤੇ ਲਾਸ਼ਾਂ ਚੜਾਤੀਆਂ ਗੁਰੂ ਕੇ ਪੁੱਤਰ ਨੇ। ਤਾਈਓ ਲਿਖਿਆ ਨਾ ਹੋਰ ਥਾਂ ਤੇ ਵੀ ਜਾਣ ਲੱਗਿਆ ਆਖਿਆ ਸੀ ਪਿਤਾ ਜੀ ਤੁਸੀਂ ਮੇਰਾ ਨਾਂ ਅਜੀਤ ਸਿੰਘ ਰੱਖਿਆ, ਮੈਨੂੰ ਕੋਈ ਜਿੱਤ ਨਹੀਂ ਸਕਦਾ ਤੁਹਾਡੀ ਕਿਰਪਾ ਦੇ ਨਾਲ। ਨਾਮ ਕਾ ਅਜੀਤ ਹੂੰ जीता नहीं जाऊंगा, अगर जीता गया तो जीता वापस नहीं आऊंगा। तो ये गुरु का साहिबजादा बाबा अजीत सिंह साहब जी कहते लोथां ते लोथां चढ़ा दित्तियां ते जेड़े जख्मी होए पे उन्हां दे जख्मां दे विचों भक भक करके खून निकल रहा है। कवि जी कहते जानो कि जिवें नदी चल पई होवे खून दी, खून इन्ना धरती ते खिल रहा ते जख्मां चों निकल रहा, जिन्हां नूं मारिया जानो कि खून दी नदी वगा दित्ती गुरु के पुत्र ने। या खुदाए बड़ अजब ते तुरक कहंदे या खुदाए बड़ अजब, ये तो बहुत अचंभा है, बहुत आश्चर्य है वड्डा कि ये बाहर निकल करके ये गुरु के सिंह गुरु का पुत्र साडे ते हजारां नूं मारी जांदा है। ते दाड़ दाड़ करके तुरक डिगी जांदे थले। ये गल तुरक कह रहे आ, वो कहंदे या खुदाए की आश्चर्य अचंभा है, ये गिणती दे सिंह थोड़े जे साडे हजारां नूं मारी जांदे, साडे जेड़े साथी हो ते दाड़ दाड़ करके थले डिगी जांदे, थोड़े जे सिंह मुट्ठी भर सिंह साडे साथियां नूं मारी जांदे। भी ये सारा जिन्ना आपां पिछे हुण तक पिछले प्रसंगां तो लैके जंग सरवण कीता है, ये कुछ पहरां दा जंग है, इक्के दिन दा जंग है सारा 8 पोह दा ही, सवेर तो शाम तक दा। ਤਾਂ ਉਹ ਕਹਿ ਰਹੇ ਆ ਵੀ ਬੀਤੇ ਕੇਤਕ ਜਾਮ, ਹਾਲੇ ਤਾਂ ਕੁਝ ਪਹਿਰ ਹੀ ਬੀਤੇ ਹਨ, ਮਰਤਨ ਹੈ ਮਿਲਤ ਨਾ ਹਾਰਤ, ਤੇ ਸਾਡੇ ਇਹਨਾਂ ਨੇ ਹਜ਼ਾਰਾਂ ਮਾਰ ਦਿੱਤੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ, ਤੇ ਇਹ ਨਾ ਸਾਡੇ ਨਾਲ ਮਿਲਦੇ ਹੀ ਆ ਤੇ ਨਾ ਇਹ ਸਾਥੋਂ ਮਰਦੇ ਹੀ ਆ ਤੇ ਨਾ ਇਹ ਹਾਰ ਹੀ ਖਾਂਦੇ ਆ।
ਵੀ ਇਹ ਡਰ ਕੇ ਇਹ ਨਹੀਂ ਵੀ ਸਾਡੇ ਅੱਗੇ ਝੁਕ ਜਾਣ, ਆ ਕੇ ਕੋਈ ਤਰਲੇ ਬੇਨਤੀਆਂ ਕਰਨ। ਇਹ ਸਾਡੇ ਅੱਗੇ ਝੁਕਦੇ ਵੀ ਨਹੀਂ, ਸਾਡੀ ਲੱਖਾਂ ਫੌਜ ਵੇਖ ਕੇ, 20 ਲੱਖ ਫੌਜ ਵੇਖ ਕੇ ਇਹ ਸਾਡੇ ਤੋਂ ਮਾਰੇ ਵੀ ਨਹੀਂ ਜਾਂਦੇ। ਇੱਕ ਇੱਕ ਆਉਂਦਾ ਗੜੀ ਦੇ ਵਿੱਚੋਂ, ਉਹ ਹਜ਼ਾਰਾਂ ਨੂੰ ਹੀ ਮਾਰ ਕੇ ਤੇ ਕਿੰਨਿਆਂ ਨੂੰ ਹੀ ਮਾਰ ਕੇ ਤੇ ਫਿਰ ਆਪ ਮਰਦਾ ਹੈ, ਤੇ ਹਾਰਦੇ ਵੀ ਨਹੀਂ ਸਾਡੇ ਤੋਂ। ਇਹ ਸਾਨੂੰ ਸਗੋਂ ਹਰਾਈ ਜਾ ਰਹੇ। ਹੇ ਖੁਦਾ, ਇਹ ਕੀ ਅਚਰਜ ਹੋ ਰਿਹਾ ਹੈ। ਵਧ ਲਸ਼ਕਰ ਮਹਿ ਆਏ, ਇਹ ਤਾਂ ਸਾਡੀ ਫੌਜ ਵਿੱਚ ਵੱਧ ਕੇ ਆ ਰਹੇ ਹਨ। ਏਕ ਏਕ ਲੜਤ ਸਮਾਰਤ, ਇੱਕ ਇੱਕ ਆ ਕੇ ਲੜਦਾ ਤੇ ਸਾਡੇ ਸਾਥੀਆਂ ਨੂੰ ਮਾਰੀ ਜਾਂਦਾ ਹੈ। ਮਿਲ ਕਹਿਤ ਬਾਤ ਇਤਿਆਦ, ਇਸ ਤੋਂ ਆਦਿਕ ਮਿਲ ਕਰਕੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ। ਬਹੁ ਲਸ਼ਕਰ ਵਿਸਮੈ ਹੋਏ ਰਹਿਓ, ਤੇ ਬਹੁਤਾ ਕਹਿੰਦੇ ਵੀ ਉਹਨਾਂ ਦੀ ਜਿਹੜੀ ਫੌਜ ਹੈ ਸਾਰੀ ਤੁਰਕਾਂ ਦੀ ਹੈਰਾਨ ਹੋ ਰਹੀ ਹੈ ਸਿੰਘਾਂ ਦੇ ਜੰਗ ਕਰਨ ਤੋਂ। ਜਿਮ ਤੇਰੇ ਸਿੰਘ ਗੁਰ ਸੁਧ ਸਹਿਤ, ਇਸ ਤਰ੍ਹਾਂ ਗੁਰੂ ਕੇ ਸਿੰਘ, 5 ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਫਿਰ ਰਹੇ ਹਨ। ਗਾਹ ਗਰਭ ਗਨ ਕੋ ਦਹਿਓ, ਕਹਿੰਦੇ ਸਮੂਹ ਤੁਰਕਾਂ ਦਾ, ਪਹਾੜੀਆਂ ਦਾ ਜਿਹੜਾ ਸੀ ਨਾ ਹੰਕਾਰ ਦਬਾ ਦਿੱਤਾ ਹੈ। ਉਹਨਾਂ ਦੇ ਹੰਕਾਰ ਨੂੰ ਜਾਣੋ ਸਾੜ ਦਿੱਤਾ, ਖਤਮ ਕਰ ਦਿੱਤਾ ਹੈ ਗੁਰੂ ਕੇ ਸਿੰਘਾਂ ਨੇ। 5 ਸਿੰਘ ਬਾਬਾ ਅਜੀਤ ਸਿੰਘ ਜੀ ਦੇ ਨਾਲ ਤੇ ਐਸਾ ਅਚਰਜ ਜੰਗ ਕਰ ਰਹੇ। ਕਲਗੀਧਰ ਪਾਤਸ਼ਾਹ ਦੇ ਬਚਨ ਸਫਲੇ ਕਰ ਰਹੇ ਆ। 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਆਏ ਪ੍ਰਭ ਸਰਨਾਗਤੇ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਸ੍ਰੀ ਅਕਾਲ।